नाल तोड़ दिते ते तुरे जांदियां नूं पिछों तकदी है ते याद करदी है अपनी नूं राणी जीता नूं। नूं राणी जीता नूं याद करके माता गुजरी जी जिवें दिलों आवाज़ां दे दे के कह रहे ने, जीता धीए आ तेरे लाडले लाड़ी मौत नूं विआउण लई तुरेदा रहे। वेख किड्डे सोहणे फब्बदे ने आपे ही लाड़े ते आपे ही सरबाले। जे किते तू नाल हुंदी आपां रज रज के घोड़ियां गाउंदियां ते शगन मना लैंदियां। मैनूं लगदी वाह इन्हां दे शगन ते पूरे चाल नाल पूरे कीते ने, पर कली होण करके कुछ कसर ना रह गई होवे धीए। मंगो उस अकाल पुरख वाहिगुरू कोलों चंद क मिंट उधारे, आए अपने तुरे जांदे लालां दे दर्शन कर लै। की कहिंदी है माता गुजरी अपनी नूं राणी जीता नूं दिलों याद करदिआं इन्हां साहिबजादिआं नूं कचहरी वल तुरे जांदिआं वेख के उस वक्त दा नक्शा ढाडी जत्था आप जी दी सेवा विच इउं बिने करदे। तक ले मेरी बच्ची
ਤੁਰ ਪਈ ਮੌਤ ਵਿਆਹੁਣ ਨੂੰ ਤੇਰੇ ਲਾਡਾਂ ਪਾਲੇ, ਕਿੱਡੀਆਂ ਫੱਬਦੀਆਂ ਜੋੜੀਆਂ ਲਾੜੇ ਸਰਬਾਲੇ, ਨੀ ਸੁੱਚੀਆਂ ਹੀ ਦੁੱਧ ਦੀਆਂ ਦੰਦੀਆਂ ਕੀ ਉਮਰਾਂ ਹਾਲੇ, ਜੱਗ ਜੰਮਣਾ ਉਹਦਾ ਸੀਤਲਾ ਲੱਜ ਵੱਡਿਆਂ ਪਾਲੇ। ਇਹ ਸੀ ਮਾਤਾ ਜੀ ਆਪਣੇ ਪੋਤਿਆਂ ਨੂੰ ਤੁਰਿਆ ਜਾਂਦਿਆਂ ਵੇਖ ਕੇ ਆਪਣੀ ਨੂੰਹ ਰਾਣੀ ਨੂੰ ਯਾਦ ਕਰ ਰਹੀ ਸੀ। ਨਿਯਤ ਕੀਤਾ ਹੋਇਆ ਸਮਾਂ ਪੂਰਾ ਹੋ ਗਿਆ। ਇਤਿਹਾਸ ਦੇ ਮਾਣ ਅੰਦਰ ਬੇਅੰਤ ਗੁਰਸਿੱਖਾਂ ਵੱਲੋਂ ਮਾਇਆ ਹਾਜ਼ਰ ਹੈ। ਜਥੇਦਾਰ ਬਾਬਾ ਦਲਬੀਰ ਸਿੰਘ ਜੀ ਕਾਰ ਸੇਵਾ ਵਾਲੇ ਹੋਰ ਮਾਇਆ ਹਾਜ਼ਰ ਕਰਦੇ ਨੇ, ਬੜਾ ਪਿਆਰ ਬਖਸ਼ਦੇ ਨੇ ਜਿੱਥੇ ਵੀ ਮਿਲਦੇ ਨੇ। ਸਤਿਗੁਰੂ ਕਿਰਪਾ ਕਰਨ, ਤੰਦਰੁਸਤੀ ਦੀ ਦਾਤ ਬਖਸ਼ਣ। ਗੁਰਸਾਹਿਬ ਸਿੰਘ ਜੀ ਨੂੰ ਨੌਕਰੀ ਦੀ ਦਾਤ ਮਿਲਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦਿਆਂ ਹੋਇਆਂ ਮੇਰੇ ਭੈਣ ਜੀ ਮਾਇਆ ਹਾਜ਼ਰ ਕਰ ਗਏ। ਜਤਿੰਦਰ ਸਿੰਘ ਨੂੰ ਸਤਿਗੁਰੂ ਭਚੰਗੀ ਦੀ ਦਾਤ ਬਖਸ਼ਣ। ਇੱਕ ਵਾਰੀ ਸਾਰੀ ਸੰਗਤ ਅਰਦਾਸ ਕਰੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੋਰ ਭੈਣ ਆਪਣੇ ਵੀਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੀ, ਭੈਣਾਂ ਤੇ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਸਦਾ ਹੀ ਅਰਦਾਸਾਂ ਕਰਦੀਆਂ। ਸਤਿਗੁਰੂ ਕਿਰਪਾ ਕਰਨ। ਗੁਰੂ ਅਮਰਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੇਰੇ ਵੀਰ ਰਣਜੀਤ ਸਿੰਘ ਜੀ ਰਾਣਾ ਬਾਸਰ ਕੇ ਗਿੱਲਾਂ ਮਾਇਆ ਹਾਜ਼ਰ ਕਰ ਰਹੇ। ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ। ਮੇਰੇ ਕਵੀਸ਼ਰ ਜਥੇ ਵੇਲੇ ਮੇਰੇ ਨਾਲ ਸਾਥ ਦੇਣ ਵਾਲਾ ਮੇਰਾ ਛੋਟਾ ਵੀਰ ਸ਼ਾਮ ਸਿੰਘ ਮਨਿਆਲਾ, ਜੱਸਾ ਸਿੰਘ ਮਨਿਆਲਾ ਤੇ ਹਰਭਜਨ ਸਿੰਘ ਮਨਿਆਲਾ, ਮੇਰੇ ਵੱਡੇ ਵੀਰ ਗਿਆਨੀ ਜੋਗਿੰਦਰ ਸਿੰਘ ਮਨਿਆਲੇ ਦਾ ਸਪੁੱਤਰ, ਸਾਰਿਆਂ ਵੱਲੋਂ ਮਾਇਆ ਆਈ। ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ। ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋਈਆਂ। ਸਮਰੱਥ ਸਤਿਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਦਿਓ। ਅਰਦਾਸ ਕਰਿਓ ਮੇਰੇ ਗੁਰੂ ਦਾਤੇ ਦੇ ਪਾਵਨ ਚਰਨਾਂ। ਸਤਿਗੁਰੂ ਕਿਰਪਾ ਕਰਨ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਵਾਲੀ ਬਖਸ਼ੇ ਸਤਿਗੁਰੂ ਕਰਦੇ ਰਹਿਣ ਤੇ ਤੁਹਾਡੇ ਵਰਗੇ ਗੁਰਸਿੱਖਾਂ ਦੇ ਸੰਗਤ ਦੇ ਰੂਪ ਵਿੱਚ ਦਰਸ਼ਨ ਦਿਦਾਰ ਹੁੰਦੇ ਰਹਿਣ। ਗੁਰੂ ਕੇ ਜੋੜ ਮੇਲੇ ਲੱਗਦੇ ਰਹਿਣ, ਦੀਵਾਨ ਸੱਜਦੇ ਰਹਿਣ ਤੇ ਢਾਡੀ ਕਵੀਸ਼ਰ ਜਥੇ ਗੱਜਦੇ ਰਹਿਣ। ਸਤਿਗੁਰੂ ਜੀ ਦਾ, ਗੁਰੂ ਕੀ ਸਾਰੀ ਸੰਗਤ ਦਾ, ਸਾਰੇ ਨਗਰ ਦਾ, ਸਾਰੀ ਪ੍ਰਬੰਧਕ ਮੈਨੇਜਮੈਂਟ ਦਾ, ਮਹਾਂਪੁਰਸ਼ ਸਤਨਾਮ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ, ਉਹਨਾਂ ਨਾਲ ਸਮਾਵਾਂ ਨਿਭਾਉਣ ਵਾਲੇ ਮੇਰੇ ਸਤਿਕਾਰਯੋਗ ਜਥੇਦਾਰ ਬਾਬਾ ਨੀਟਾ ਸਿੰਘ ਜੀ, ਜਿਨ੍ਹਾਂ ਨੇ ਸੰਗਤ ਦਾ ਹੁਕਮ ਦਾਸ ਤੱਕ ਪਹੁੰਚਾ ਕੇ ਤੁਹਾਡੇ ਦਰਸ਼ਨ ਕਰਵਾਏ, ਬਾਬਾ ਦਲਬੀਰ ਸਿੰਘ ਜੀ ਅਤੇ ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ ਨਿੱਕਾ ਸੱਤਾ, ਸਾਰਿਆਂ ਦਾ ਧੰਨਵਾਦ। ਸਾਊਂਡ ਵਾਲੇ ਤੇ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ, ਜਿਨ੍ਹਾਂ ਦੀ ਪਹਿਲਾਂ ਮੈਂ ਬੇਨਤੀ ਕਰ ਚੁੱਕਾ ਹਾਂ। ਸੈਕਟਰੀ ਸਾਹਿਬ ਜਥੇਦਾਰ ਬਾਬਾ ਹਰੀ ਸਿੰਘ ਜੀ ਠੱਠੀ ਵਾਲੇ, ਜਿਨ੍ਹਾਂ ਵੱਲੋਂ ਹਮੇਸ਼ਾ ਬੜਾ ਪਿਆਰ ਮਿਲਦਾ ਹੈ ਤੇ ਇਸ ਇਲਾਕੇ ਦੀਆਂ ਸਟੇਜਾਂ ਦੇ ਸ਼ਾਨ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਇਹਨਾਂ ਕੋਲੋਂ ਹਰ ਸਟੇਜ ਉੱਤੇ ਸਟੇਜ ਦੇ ਸੰਚਾਲਕ ਦੀ ਸੇਵਾ ਲੈਂਦੇ ਨੇ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਗੁਰੂ ਕੀ ਮਿਹਰ ਇਹਨਾਂ ਦੇ ਸਿਰ ਉੱਤੇ ਬਣੀ ਰਹੇ, ਇਹ ਸੰਗਤ ਦੀ ਸੇਵਾ ਕਰਦੇ ਰਹਿਣ। ਧੰਨਵਾਦ। ਹੋਈਆਂ ਭੁੱਲਾਂ ਨਜ਼ਰ ਅੰਦਾਜ਼ ਕਰਕੇ ਪਿਆਰ ਦਾ ਸਬੂਤ ਤੇ ਆਸ਼ੀਰਵਾਦ ਦੀ ਦਾਤ, ਫਤਿਹ ਦੇ ਸਿਮਰਨ ਦੇ ਨਾਲ ਬਖਸ਼ਿਸ਼ ਕਰੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਰਪਾਲ ਸਿੰਘ ਜੀ ਟਾਂਡਾ, ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਸੁਣਾ ਕੇ ਬਹੁਤ ਨਿਹਾਲ ਕੀਤਾ ਹੈ। ਗੁਰਮੁਖੋ ਬਨਾਲਿਓ, ਇਤਿਹਾਸ ਸਾਰੇ ਜਾਣਦੇ ਆ, ਪਰ ਸੁਣਾਉਣ ਦੇ ਵਿੱਚ ਫਰਕ ਬੜਾ ਹੁੰਦਾ। ਐਂ ਜਾਪਦਾ ਹੈ ਜਿਵੇਂ ਜਿਸੇ ਦਾਤੂ ਖਡੂਰ ਸਾਹਿਬ ਤੋਂ ਗਿਆ, ਲੱਤ ਮਾਰੀ, ਮਹਾਰਾਜ ਉੱਧਰ ਚਲੇ ਗਏ ਬਾਸਰ ਕੀ, ਹੂ ਜਿਵੇਂ ਇਤਿਹਾਸ ਸੁਣਾਇਆ। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸਤਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਮਿਹਰ ਭਰੇ ਹੱਥ ਰੱਖੇ। ਆਓ ਹੁਣ ਭਾਈ ਸਤਵਿੰਦਰ ਸਿੰਘ ਕਥਾਵਾਚਕ, ਜੋ ਕਾਲੀਏ ਨਗਰ ਦੇ ਹਨ, ਉਹ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਕਥਾ ਵਿਚਾਰਾ ਕਰਦੇ ਹਨ। ਉਹ 3 ਵਜੇ ਸੀਧਾ ਆਪ ਜੀ ਨੂੰ ਗੁਰਮਤਿ ਸੁਣਾ ਕੇ ਨਿਹਾਲ ਕਰਨਗੇ। ਵਿੱਚ ਥੋੜ੍ਹਾ ਜਿਹਾ ਪਾੜਾ ਪੈ ਗਿਆ ਹੈ, ਮੈਂ ਬੇਨਤੀ ਕਰਦਿਆਂ ਆਹ ਧਰਮ ਸਾਹਿਬ ਮੈਨੂੰ ਲਿਸਟ ਜੀ ਬਣਾ ਕੇ ਦੇ ਕੇ ਗਿਆ। ਮੈਂ ਤਾਂ ਲਿਖਦਾ ਹੀ ਨਹੀਂ ਹੈਗਾ, ਇੱਥੇ ਝਗੜਾ ਪੈ ਗਿਆ ਦੋਲੀ ਤੇ ਮੈਂ ਉਦੋਂ ਲਿਖਣ ਵੜ ਗਿਆ। ਹੁਣ ਮੈਂ ਨਹੀਂ ਲਿਖਦਾ ਹੁੰਦਾ। ਅਤੇ ਸਤਵਿੰਦਰ ਸਿੰਘ ਤੋਂ ਬਾਅਦ ਜੱਸਾ ਸਿੰਘ ਮਨਿਆਲੀਏ ਦਾ ਟਾਈਮ ਆ। ਅਤੇ ਬਾਬਾ ਨੀਰਾ ਜਿਹੜਾ ਉਹ ਆਦਾ ਹੈ ਵੀ ਇੱਕ ਢਾਡੀ ਜਥਾ ਹੋ ਰਿਹਾ, ਉਹਨਾਂ ਨੂੰ ਲਾਉਣਾ ਹੈ। ਮੈਂ ਕਿਹਾ ਤੁਸੀਂ ਦੋਵੇਂ ਆਣ ਕੇ ਫੈਸਲਾ ਕਰ ਲਓ। ਅਤੇ ਚੌਕੀਦਾਰ ਦਾ ਪੀਪਾ ਵਜਾਉਣਾ ਹੁੰਦਾ ਹੈ, ਆਹ ਲੈ ਜਾਓ ਆਣ ਕੇ ਪਿਲਸਣ ਪਾਲਸਣ ਜੀ ਲੈ ਜਾਓ,
ਜਾਂ ਕਣਕ ਆਈ ਜੇ ਤੇ ਮੈਂ ਇਹਦਾ ਪੀਪਾ ਹੀ ਵਜਾਉਣਾ ਹੈ। ਜਿੱਥਾ ਕੋਈ ਵਜਾ ਦਿਆਂਗੇ। ਬਾਬਾ ਨੀਟਾ ਤੇ ਧਰਮ ਸਿੰਘ ਦੋਵੇਂ ਆਣ ਕੇ ਫੈਸਲਾ ਕਰ ਲੈਣ। ਉਹਦਾ ਮੈਂ ਢਾਡੀ ਜੱਥਾ ਲਾਉਣਾ, ਉਹ ਇੱਥੇ ਜੇ ਲੱਖ ਕੇ ਗਿਆ ਵੀ ਜੱਸਾ ਸਿੰਘ ਮਨਾਲੀਏ ਨੂੰ ਲਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਵਿਆਹੋ ਹੁਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤਿ ਖਾਧਾ, ਅਕਾਲ ਮੂਰਤ ਵਾਰ ਪਾਇਆ ਅਬਨਾਸੀ, ਨਾ ਕਦੇ ਮਰੈ ਨਾ ਜਾਇਆ, ਵਿਆਹੁ ਹੁਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਗੁਰ ਅਮਰਦਾਸ ਪਰਸੀਐ, ਪੋਹਮ ਪਾਤਕ ਬਿਨਾਸਹਿ, ਗੁਰ ਅਮਰਦਾਸ ਪਰਸੀਐ, ਸਿੱਧ ਸਾਧਕ ਆਸਾਸ ਹੈ, ਗੁਰ ਅਮਰਦਾਸ ਪਰਸੀਐ, ਧਿਆਨ ਲਹੀਐ ਪਉ ਮੁਕਹਿ, ਗੁਰ ਅਮਰਦਾਸ ਪਰਸੀਐ, ਅਭਉ ਲੱਭੈ ਗਉ ਚੁਕਹਿ, ਇਕ ਬਿਨ ਦੁਗਨ ਜੋ ਤਉ ਰਹੈ, ਜਾ ਸਮਾਨ ਜਾਂ ਮਾਨਵ ਸੁਮੰਤਰਾ ਲਹੈ, ਜਾਲਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲਹਿ, ਜਾਲਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲਹਿ, ਜੁਗੋ ਜੁਗ ਅਟਲ ਸ਼ਬਦ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰਖਿਅਕ, ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਤੀਜੇ ਪਾਤਸ਼ਾਹ ਸੇਵਾ ਤੇ ਸਿਮਰਨ ਦੇ ਪੁੰਜ ਕਾਲੀ ਮਹਾਂਪੁਰਸ਼ ਧੰਨ 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 ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਵਿਖੇ ਸਾਹਿਬਾਂ ਜੀ ਦਾ ਵਿਆਹ ਪੁਰਬ ਮਨਾਉਣ ਵਾਸਤੇ ਇਕੱਤਰ ਹੋਏ ਗੁਰੂ ਕੀ ਸੰਗਤ ਦੀਆਂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਸਮੇਂ ਸਵਾਸਾਂ ਨੂੰ ਸਫਲਿਆਂ ਕਰ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ
ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਭਾਈ ਹਰਪਾਲ ਸਿੰਘ ਜੀ ਢੱਡ ਸਾਹਿਬ ਦਾ ਢਾਡੀ ਜਥਾ ਆਪ ਜੀ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਦੇ ਨਾਲ ਸਾਂਝ ਪਾ ਕਰਕੇ ਗਿਆ ਹੈ। ਪ੍ਰਿੰਸੀਪਲ ਗੰਗਾ ਸਿੰਘ ਹੋਏ ਨੇ ਬੜੇ ਵੱਡੇ ਸਿੱਖ ਵਿਦਵਾਨ। ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਕਈ ਵਾਰੀ ਈਰਖਾ ਨਫ਼ਰਤ ਦੇ ਵਿੱਚੋਂ ਬੜੀ ਵੱਡੀ ਘਟਨਾ ਘਟਦੀ ਹੈ ਜੋ ਸੰਸਾਰ ਦੇ ਉੱਪਰ ਪਰਉਪਕਾਰ ਕਰਦੀ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਈਰਖਾ ਕੀਤੀ ਹੈ। ਦਾਤੂ ਤੇ ਦਾਸੂ ਗੁਰੂ ਅੰਗਦ ਦੇ ਪਾਤਸ਼ਾਹ ਦੇ ਭਾਵੇਂ ਸਾਹਿਬਜ਼ਾਦੇ ਹਨ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਨੇ ਬਾਣੀ ਵਿੱਚ ਆਪ ਵਰਣਨ ਕੀਤਾ ਹੈ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਜਿਸ ਬੰਦੇ ਦੇ ਅੰਦਰ ਈਰਖਾ ਹੋਵੇ, ਨਫ਼ਰਤ ਹੋਵੇ, ਵੈਰ ਵਿਰੋਧ ਹੋਵੇ, ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ, ਜਿੰਨਾ ਮਰਜ਼ੀ ਜਪ ਤਪ ਸਿਮਰਨ ਸਾਧਨਾ ਕਰਦਾ ਹੋਵੇ। ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਈਰਖਾ ਤੋਂ ਬਚਣ ਵਾਸਤੇ ਖਡੂਰ ਸਾਹਿਬ ਨੂੰ ਛੱਡ ਕਰਕੇ ਗੋਂਦਵਾਲ ਸਾਹਿਬ ਤੋਂ ਚਾਲਾ ਪਾ ਕਰਕੇ ਪਹਿਲਾਂ ਖਡੂਰ ਸਾਹਿਬ ਨੂੰ ਛੱਡ ਕੇ ਗੋਂਦਵਾਲ ਸਾਹਿਬ ਗਏ। ਗੁਰੂ ਦੇ ਭੇਜੇ ਹੋਏ ਫਿਰ ਗੋਂਦਵਾਲ ਸਾਹਿਬ ਤੋਂ ਸੰਨ ਸਾਹਿਬ ਵਿਖੇ ਆਏ। ਅੱਜ ਦੁਨੀਆ ਦੇ ਵਿੱਚ ਉਹ ਪਾਵਨ ਸਥਾਨ ਪ੍ਰਸਿੱਧ ਹੈ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਵਰ ਬਖਸ਼ਿਸ਼ ਕੀਤਾ, ਜੋ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ। ਦਾਤੂ ਜੀ ਨਾ ਲੱਤ ਮਾਰਦੇ ਤੇ ਨਾ ਗੁਰੂ ਅਮਰਦਾਸ ਸਾਹਿਬ ਜੀ ਚੱਲ ਕੇ ਰਾਤ ਉੱਥੇ ਆਉਂਦੇ ਤੇ ਇਤਿਹਾਸ ਇਹ ਨਾ ਬਣਦਾ। ਈਰਖਾ ਦੇ ਵਿੱਚੋਂ ਵੱਡੀ ਘਟਨਾ ਨਿਕਲੀ ਹੈ। ਸੰਸਾਰ ਦੇ ਉੱਪਰ ਪਰਉਪਕਾਰ ਹੋਇਆ, ਸਾਹਿਬਾਂ ਨੇ ਵਰ ਬਖਸ਼ਿਸ਼ ਕੀਤਾ। ਗੁਰਮੁਖ ਪਿਆਰੇ ਭਾਈ ਰਾਮ ਨਾਰਾਇਣ ਜੀ ਹੋਏ ਨੇ, ਵਿਚਰ ਕਰਕੇ ਵਪਾਰ ਕਰਦੇ ਸਨ। ਬੜੇ ਨੇਕ ਪੁਰਸ਼ ਅਕਾਲ ਪੁਰਖ ਦੇ ਪਿਆਰੇ ਸਨ। ਵਿਚਰਦਿਆਂ ਵਿਚਰਦਿਆਂ ਚਲਦੇ ਚਲਦੇ ਬਾਸਰ ਕੇ ਨਗਰ ਵਿੱਚ ਆ ਕਰਕੇ ਉਹਨਾਂ ਨੇ ਆਪਣਾ ਪੜਾ ਲਾਇਆ। ਧਰਮ ਦੀ ਕਿਰਤ ਕਰਦੇ ਸਨ, ਜਿਸ ਨੂੰ ਗੁਰੂ ਕੀ ਬਾਣੀ ਵਿੱਚ ਦੱਸਿਆ ਹੈ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹੋ ਪਛਾਣੇ ਸੇ। ਉਸ ਭਾਈ ਰਾਮ ਨਾਰਾਇਣ ਦੇ ਘਰ ਵਿੱਚ ਭਾਈ ਬਿਸ਼ਨ ਦਾਸ ਦਾ ਜਨਮ ਹੋਇਆ। ਭਾਈ ਬਿਸ਼ਨ ਦਾਸ ਬਾਰੇ ਸਾਡੇ ਇਤਿਹਾਸ ਵਿੱਚ ਲਿਖਿਆ ਹੈ ਕਿ ਬੜੇ ਨੇਕ ਇਨਸਾਨ ਸਨ, ਬੜੇ ਸੁਹਿਰਦ ਸਨ, ਦਾਨੀ ਸਨ, ਪੁੰਨੀ ਸੁਭਾਅ ਸੀ, ਦਾਨ ਪੁੰਨ ਕਰਦੇ ਸਨ, ਸੇਵਾ ਸਿਮਰਨ ਵਾਲੇ ਵਿਅਕਤੀ ਸਨ। ਭਾਈ ਬਿਸ਼ਨ ਦਾਸ ਦੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ। ਨਾਮ ਰੱਖਿਆ ਭਾਈ ਹਰਜੀ। ਭਾਈ ਹਰਜੀ ਜਿਹੜੇ ਸਨ ਲਾਹੌਰ ਦੇ ਲਾਗੇ ਪਿੰਡ ਗਿਲਵਾਲੀ, ਉਸ ਨਗਰ ਦੇ ਵਿੱਚ ਵਿਆਹੇ ਗਏ। ਬਾਸਰ ਕੇ ਨਗਰ ਤੋਂ ਉਹਨਾਂ ਨੂੰ ਉਹਨਾਂ ਦਾ ਸਹੁਰਾ ਪਰਿਵਾਰ ਗਿਲਵਾਲੀ ਨਗਰ ਵਿੱਚ ਲੈ ਗਏ, ਜਿੱਥੇ ਜਾ ਕਰਕੇ ਉਹ ਅਨਾਜ ਦਾ ਵਪਾਰ ਕਰਨ ਲੱਗੇ। ਔਰ ਉਹਨਾਂ ਦੀ ਨੇਕੀ ਦੀ ਚੰਗਿਆਈ ਦੀ ਧੁੰਮ ਸਾਰੇ ਪਾਸੇ ਪੈ ਗਈ ਕਿ ਇਹਨਾਂ ਦਾ ਵਿਹਾਰ ਬੜਾ ਚੰਗਾ ਤੇ ਬੜੇ ਨੇਕ ਇਨਸਾਨ ਹਨ। ਬਾਬਾ ਹਰਜੀ ਦੇ ਉੱਥੇ ਵਪਾਰ ਕਰਨ ਕਰਕੇ ਬਹੁਤ ਜ਼ਿਆਦਾ ਵਾਕਫੀਅਤ ਹੋਈ ਹੈ, ਬਹੁਤ ਜ਼ਿਆਦਾ ਵਪਾਰ ਵਧਿਆ, ਬਹੁਤ ਅਮੀਰ ਸਨ। ਅਖੀਰ ਉਹਨਾਂ ਨੇ ਮਨ ਬਣਾਇਆ ਕਿ ਆਪਣੇ ਜੱਦੀ ਨਗਰ ਵਾਲੇ ਪਾਸੇ ਮੁੜਿਆ ਜਾਏ। ਗਿਲਵਾਲੀ ਨਗਰ ਤੋਂ ਚੱਲ ਕਰਕੇ ਦੁਬਾਰਾ ਫਿਰ ਬਾਸਰ ਕੇ ਨਗਰ ਵਿੱਚ ਆ ਪਹੁੰਚੇ। ਬਾਸਰ ਕੇ ਨਗਰ ਵਿੱਚ ਹੀ ਭਾਈ ਹਰਜੀ ਦੇ ਗ੍ਰਹਿ ਵਿਖੇ ਬਾਬਾ ਤੇਜਭਾਨ ਜੀ ਦਾ ਜਨਮ ਹੋਇਆ। ਬਾਬਾ ਹਰਜੀ ਦੀ ਧਰਮ ਸੁਪਤਨੀ ਮਾਤਾ ਮਿਲਾਵੀ ਜੀ ਸੀ। ਮਾਤਾ ਮਿਲਾਵੀ ਜੀ ਦੀ ਕੁੱਖ ਤੋਂ ਭਾਈ ਬਾਬਾ ਹਰਜੀ ਦੇ ਗ੍ਰਹਿ ਵਿਖੇ ਬਾਬਾ ਤੇਜਭਾਨ ਜੀ ਦਾ ਜਨਮ ਹੋਇਆ, ਜੋ ਮਾਤਾ ਪਿਤਾ ਦੀ ਇੱਕੋ ਇੱਕ ਸੰਤਾਨ ਸਨ। ਉਹਨਾਂ ਬਾਰੇ ਲਿਖਿਆ ਹੈ, ਜਿੱਥੇ ਇਤਿਹਾਸ ਵਿੱਚ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਤੇਜਭਾਨ ਜੀ ਦਾ ਨਾਮ ਕਈ ਥਾਵਾਂ 'ਤੇ ਭੱਟ ਸਾਹਿਬਾਨਾਂ ਨੇ ਬੜੇ ਸਤਿਕਾਰ ਉਚਾਰਨ ਕੀਤਾ ਹੈ। ਔਰ ਨਾਲ ਉਹਨਾਂ ਦੀ ਕੁੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਦੀ ਅੰਸ਼ ਵੰਸ਼ ਭੱਲਿਆਂ ਦੀ ਵੰਸ਼ ਹੈ।
ਸ਼੍ਰੀ ਰਾਮਚੰਦਰ ਜੀ ਦੇ ਭਰਾਤਾ ਹੋਏ ਨੇ ਭਰਤ, ਉਹਨਾਂ ਤੋਂ ਕਹਿੰਦੇ ਅੰਸ ਬੰਸ ਚੱਲੀ ਸੀ, ਐਸਾ ਇਤਿਹਾਸ 'ਚ ਲਿਖਿਆ ਹੈ। ਇਸ ਨੂੰ ਗਲਤ ਰੰਗਤ ਨਾ ਦੇ ਦੇਣੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਉਸ ਨਗਰ ਵਿੱਚ ਕਿਰਪਾ ਵਰਤਣੀ ਸੀ। ਬਾਬਾ ਹਰ ਜੀ ਦੇ ਗ੍ਰਹਿ ਵੇਖੇ ਬਾਬਾ ਤੇਜਭਾਨ ਜੀ ਦਾ ਜਨਮ ਹੋਇਆ। ਬਾਬਾ ਤੇਜਭਾਨ ਜੀ ਦੇ ਘਰ ਵਿੱਚ 4 ਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ। ਉਹਨਾਂ ਤੋਂ ਛੋਟੇ ਭਾਈ ਈਸ਼ਰਦਾਸ ਜੀ। ਭਾਈ ਈਸ਼ਰਦਾਸ ਉਹ ਹਨ ਜਿਨ੍ਹਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਏ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਸ੍ਰੀ ਰਾਮਸਰ ਸਾਹਿਬ ਵਾਲੇ ਪਾਵਨ ਸਥਾਨ ਤੇ। ਭਾਈ ਈਸ਼ਰਦਾਸ ਤੋਂ ਛੋਟੇ ਸਨ ਭਾਈ ਖੇਮ ਰਾਏ ਜੀ। ਭਾਈ ਖੇਮ ਰਾਏ ਜੀ ਦੇ ਪੁੱਤਰ ਹੋਏ ਭਾਈ ਸਾਮਨ ਮੱਲ ਜੀ। ਉਹਨਾਂ ਦੀ ਸਾਖੀ ਆਪ ਜੀ ਨੇ ਸੁਣੀ ਹੋਵੇਗੀ ਕਿ ਗੋਂਦਵਾਲ ਸਾਹਿਬ ਨਗਰ ਦੀ ਉਸਾਰੀ ਦੇ ਸਮੇਂ ਗੁਰੂ ਅਮਰਦਾਸ ਹਰੀਪੁਰ ਦੇ ਰਾਜਾ ਹਰੀਚੰਦ ਦੇ ਪਾਸ ਇਮਾਰਤਾਂ ਵਾਸਤੇ ਲੱਕੜ ਦੇ ਹਰੀਪੁਰ, ਜੋ ਅੱਜ ਕੱਲ੍ਹ ਸਾਡੇ ਨੇੜੇ ਹੀ ਉੱਥੋਂ ਗਾਂ ਮੰਡੀ ਜਾ ਕਰਕੇ ਉਹ ਇਲਾਕਾ ਪੈਂਦਾ ਹੈ, ਹਰੀਪੁਰ ਦਾ ਇਲਾਕਾ, ਜੋ ਸਾਡੇ ਤੋਂ ਦੂਸਰੀ ਸਟੇਟ ਵੰਡ ਦਿੱਤੀ ਗਈ। ਬੜੀ ਕਰਨੀ ਵਾਲੇ ਹੋਏ ਭਾਈ ਸਾਮਨ ਮੱਲ ਜੀ ਭਾਈ ਖੇਮ ਰਾਏ ਦੇ ਸਪੁੱਤਰ ਸਨ। ਔਰ ਸਭ ਤੋਂ ਛੋਟੇ ਸਨ ਭਾਈ ਮਾਨਕ ਚੰਦ ਜੀ, ਜੋ ਗੁਰੂ ਕੇ ਨਗਰ ਵਿੱਚ ਆਪਣੀ ਦੁਕਾਨ ਸੀ, ਹੱਟੀ ਦਾ ਕਾਰੋਬਾਰ ਕਰਦੇ ਸਨ ਔਰ ਬਾਹਰ ਵਿਚਰ ਕਰਕੇ ਵੀ ਵਪਾਰ ਕਰਦੇ ਸਨ। ਆਰਥਿਕ ਪੱਖ ਤੋਂ ਬੜੇ ਮਜ਼ਬੂਤ ਸਨ, ਅਮੀਰ ਸਨ, ਕਿਸੇ ਧਨ ਪਦਾਰਥ ਦੀ ਘਰ ਵਿੱਚ ਕਮੀ ਨਹੀਂ ਸੀ। ਪਰ ਜੇਕਰ ਕਮੀ ਸੀ ਤੇ ਉਹ ਸੱਚੇ ਪੂਰਨ ਸਤਿਗੁਰੂ ਜੀ ਦੇ ਮਿਲਾਪ ਦੀ, ਸਤਿਗੁਰੂ ਦੀ ਸੇਵਾ ਤੇ ਸਿਮਰਨ ਦੀ ਘਾਟ ਉਹਨਾਂ ਨੂੰ ਹਮੇਸ਼ਾ ਰੜਕਦੀ ਸੀ। 24 ਸਾਲ ਦੀ ਉਮਰ ਹੋ ਗਈ। ਪਹਿਲਾਂ ਛੋਟੇ ਭਰਾ ਵਿਆਹੇ ਗਏ ਸਨ ਤੇ ਬਾਬਾ ਅਮਰਦਾਸ ਸਾਹਿਬ ਜੀ ਨਹੀਂ ਸਨ ਚਾਹੁੰਦੇ ਕਿ ਗ੍ਰਸਤ ਵਾਲੇ ਪਾਸੇ ਪਿਆ ਜਾਏ। ਪਰ ਬਾਬਾ ਤੇਜਭਾਨ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਗ੍ਰਸਤ ਧਰਮ ਨੂੰ ਧਾਰਨ ਕਰੋ। ਤਾਂ ਪਿਤਾ ਜੀ ਦੀ ਆਗਿਆ ਦੇ ਅੱਗੇ ਸਿਰ ਝੁਕਾਉਂਦਿਆਂ ਹੋਇਆ ਆਪਣੇ 3 ਭਰਾਵਾਂ ਤੋਂ ਜਿਹੜੇ ਛੋਟੇ ਪਹਿਲਾਂ ਵਿਆਹੇ ਗਏ ਸਨ, ਉਹਨਾਂ ਤੋਂ ਬਾਅਦ ਵਿੱਚ ਵਿਆਹ ਕਰਾਉਣ ਵਾਸਤੇ ਰਾਜੀ ਹੁੰਦੇ ਹਨ। ਸਨ ਈਸਵੀ ਸਨ 1479, 5 ਮਈ ਗਰੀਬ ਨਿਵਾਸ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਬਾਬਾ ਤੇਜਭਾਨ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਲੱਖੋ ਜੀ ਦੀ, ਜਿਨ੍ਹਾਂ ਨੂੰ ਇਤਿਹਾਸ ਵਿੱਚ ਲక్ష్ਮੀ ਕਰਕੇ ਲਿਖਿਆ ਹੈ, ਉਹਦੀ ਪਾਵਨ ਕੁੱਖ ਤੋਂ ਬਾਸਰ ਕੇ ਨਗਰ ਵਿੱਚ ਆਗਮਨ ਹੁੰਦਾ ਹੈ। ਉਸ ਸਮੇਂ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਸਰੀਰਕ ਉਮਰ 10 ਸਾਲ ਦੀ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ 69 ਦਾ ਹੈ ਤੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ 79 ਦਾ ਹੈ। ਕੇਵਲ 10 ਸਾਲ ਸਰੀਰਕ ਉਮਰਾਂ ਦਾ ਫਰਕ ਸੀ। ਪਰ ਵੇਖੋ ਸਾਧ ਸੰਗਤ ਜੀ, ਭਾਗਾਂ ਤੋਂ ਬਿਨਾਂ ਪੂਰੇ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। 50 ਸਾਲ ਦੀ ਉਮਰ ਤੱਕ ਵੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਦੇ ਦਰਸ਼ਨ ਨਹੀਂ ਹੋਏ। ਹਾਲਾਂਕਿ ਉਹਨਾਂ ਦੇ ਬਾਰੇ ਪਤਾ ਲੱਗ ਚੁੱਕਾ ਸੀ। ਰੱਬ ਦਾ ਭਾਣਾ ਐਸਾ ਵਰਤਿਆ ਕਿ ਬਾਬਾ ਹਰ ਜੀ ਅਕਾਲ ਚਲਾਣਾ ਕਰ ਗਏ। ਉਹਨਾਂ ਦੀਆਂ ਅਸਥੀਆਂ ਪਾਉਣ ਵਾਸਤੇ ਹਰਿਦੁਆਰ ਵਿਖੇ ਬਾਬਾ ਤੇਜਭਾਨ ਜੀ ਗਏ। ਉੱਥੇ ਹੀ ਬਾਬਾ ਤੇਜਭਾਨ ਜੀ ਅਕਾਲ ਚਲਾਣਾ ਕਰ ਗਏ ਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਤਿਕਾਰਯੋਗ ਪਿਤਾ ਦੀ ਜੋ ਅੰਤਮ ਮਰਿਆਦਾ ਸੀ ਉਹ ਸਾਰੀ ਪੂਰੀ ਕਰਕੇ ਉੱਥੇ ਅਸਥੀਆਂ ਜਲ ਪ੍ਰਵਾਹ ਕੀਤੀਆਂ। ਉੱਥੇ ਇੱਕ ਸਾਧੂ ਦੇ ਨਾਲ ਮਿਲਾਪ ਹੋਇਆ। ਹਰੀਦਾਸ ਉਸ ਸਾਧੂ ਦਾ ਨਾਮ ਲਿਖਿਆ। ਉਸ ਸਾਧੂ ਨੇ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਕੋਲੋਂ ਦੀਕਸ਼ਾ ਪ੍ਰਾਪਤ ਕੀਤੀ ਸੀ ਔਰ ਉਸ ਸਾਧੂ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਬਾਣੀ ਬਹੁਤ ਯਾਦ ਸੀ। ਬਾਣੀ ਜਦੋਂ ਸੁਣੀ ਮਨ ਜਿਹੜਾ ਸੀ ਦਰਵ ਗਿਆ। ਮਨ ਵਿੱਚ ਖਿਆਲ ਪੈਦਾ ਹੋਇਆ ਕਿ ਉਸ ਮਹਾਂਪੁਰਖ ਦੇ ਦਰਸ਼ਨ ਕੀਤੇ ਜਾਣ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਹੈ। ਪਰ ਜਦੋਂ ਹੀ ਹਰਿਦੁਆਰ ਤੋਂ ਵਾਪਸ ਘਰ ਆਏ, ਪਰਿਵਾਰ ਵਿੱਚ ਵੰਡ ਵਡਾਈ ਹੋ ਗਈ। 4 ਭਰਾਵਾਂ ਨੇ ਆਪਣਾ ਕਾਰੋਬਾਰ ਵੱਖਰਾ ਵੱਖਰਾ ਆਰੰਭ ਕਰ ਲਿਆ, ਜਿਸ ਕਰਕੇ ਗ੍ਰਸਤ ਦੇ ਜੰਜਾਲਾਂ ਵਿੱਚ ਫਸਣ ਕਰਕੇ
ਭਾਵੇਂ ਕਿ ਕਰਤਾਰਪੁਰ ਸਾਹਿਬ ਨਗਰ ਬਾਸਰ ਕੇ ਨਗਰ ਤੋਂ ਬਹੁਤਾ ਦੂਰ ਨਹੀਂ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਨਾ ਹੋਇਆ। ਜੀਵਨ ਦੇ ਅੰਤਲੇ 18 ਸਾਲ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ। ਤਾਂ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸੁਣੀ ਵੀ ਸੀ, ਪਰ ਜਿੰਨਾ ਚਿਰ ਸਮਾਂ ਨਾ ਆਵੇ ਉਹਨਾਂ ਚਿਰ ਖੇਡ ਨਹੀਂ ਬਣਦੀ, ਉਹਨਾਂ ਚਿਰ ਢੋਹ ਨਹੀਂ ਢੁੱਕਦਾ, ਜਿੰਨਾ ਚਿਰ ਸਤਿਗੁਰੂ ਜੀ ਆਪ ਕਿਰਪਾ ਨਾ ਕਰਨ। 52 ਕੁ ਸਾਲ ਦੀ ਉਮਰ ਉਸ ਸਮੇਂ ਹੋ ਚੁੱਕੀ ਸੀ। ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਚਾਲਾ ਪਾ ਜਾਂਦੇ ਹਨ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੁੰਦੇ ਹਨ। ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਸਰੀਰਕ ਉਮਰ ਸਾਰੀ 70 ਸਾਲ ਦੀ ਸੀ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਭਰ ਜਵਾਨੀ 28 ਸਾਲ ਦੀ ਉਮਰ ਸੀ ਜਿਸ ਦਿਨ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਆਏ। ਲਗਭਗ 1 ਸਾਲ ਦਾ ਸਮਾਂ ਬਤੀਤ ਹੋ ਚੁੱਕਾ ਸੀ ਜਦੋਂ ਆਪਣੇ ਹੀ ਘਰ ਵਿੱਚੋਂ ਗੁਰੂ ਕੀ ਬਾਣੀ ਦੀ ਆਵਾਜ਼ ਪ੍ਰਾਪਤ ਹੋਈ। ਬੀਬੀ ਅਮਰੋ ਜੀ ਦੇ ਕੋਲੋਂ ਬਾਣੀ ਸਰਵਣ ਕੀਤੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਦੀ ਮਨ ਵਿੱਚ ਫਿਰ ਸੁੱਤੀ ਹੋਈ ਭਾਵਨਾ ਜਾਗ ਪਈ, ਖਿੱਚ ਪੈਦਾ ਹੋਈ। ਉਹ ਇਤਿਹਾਸ ਅਗੋਂ ਆਪ ਜੀ ਸਾਰਾ ਜਾਣਦੇ ਹੋ ਕਿ ਕਿਵੇਂ ਮਿਲਾਪ ਹੋਇਆ। 24 ਸਾਲ ਦੀ ਉਮਰ ਸੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਦੀ ਸਤਿਕਾਰਯੋਗ ਭਾਈ ਦੇਵੀ ਚੰਦ ਜੀ ਬਹਿਲ, ਤਿੰਨਾਂ ਦੀ ਨੇਕ ਸੁਸ਼ੀਲ ਉੱਚੇ ਤੇ ਸੁੱਚੇ ਜੀਵਨ ਵਾਲੀ ਮਾਤਾ ਰਾਮ ਕੌਰ ਜੀ, ਜਿਨ੍ਹਾਂ ਦਾ ਇਤਿਹਾਸ 'ਚ ਨਾਮ ਮਨਸਾ ਦੇਵੀ ਕਰਕੇ ਵੀ ਲਿਖਿਆ ਹੈ। ਇਸ ਦੇ ਨਾਲ ਸ਼ਾਦੀ ਆਨੰਦ ਕਾਰਜ ਹੁੰਦਾ ਹੈ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ 40 ਸਾਲ ਦੀ ਉਮਰ ਤੱਕ ਕੋਈ ਸੰਤਾਨ ਨਹੀਂ ਹੁੰਦੀ। 40 ਸਾਲ ਤੋਂ ਉਮਰ ਟੱਪ ਚੁੱਕੀ ਸੀ ਜਦੋਂ ਸਤਿਕਾਰਯੋਗ ਬੀਬੀ ਭਾਨੀ ਜੀ ਦਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਸਾਡੇ ਮਾਤਾ ਜੀ। ਪੰਜਾਬੀ ਦੀ ਇੱਕ ਕਹਾਵਤ ਆਮ ਬਣੀ ਹੈ ਕਿ ਜਦੋਂ ਕੋਈ ਬੱਚਾ ਜ਼ਿਆਦੀਆਂ ਸ਼ਰਾਰਤਾਂ ਕਰੇ ਤੇ ਕਹਿ ਦਿੱਤਾ ਜਾਂਦਾ ਤੂੰ ਇੱਥੇ ਭੂਆ ਦੇ ਵਿਆਹ ਆਇਆ ਹੈ। ਤੇ ਸਾਧ ਸੰਗਤ ਜੀ ਅਸੀਂ ਭੂਆ ਦੇ ਵਿਆਹ ਹੀ ਆਏ ਹਾਂ, ਸਾਡੇ ਭੂਆ ਜੀ ਲੱਗਦੇ ਹਨ ਮਾਤਾ ਜੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਈ, ਸਾਹਿਬਾਂ ਦੇ ਨਾਲ ਆਨੰਦ ਕਾਰਜ ਹੁੰਦਾ ਹੈ। ਧੰਨ ਮਾਤਾ ਰਾਮ ਕੌਰ ਜੀ ਦੀ ਪਾਵਨ ਕੁੱਖ ਤੋਂ ਉਸ ਮਹਾਨ ਸਤਿਕਾਰਤ ਹਸਤੀ ਨੇ ਜਨਮ ਲਿਆ ਜਿਹਨੂੰ ਇਤਿਹਾਸ ਵਿੱਚ ਸਤਿਕਾਰਯੋਗ ਬੀਬੀ ਭਾਨੀ ਜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਤੋਂ ਬਾਅਦ 2 ਸਪੁੱਤਰ ਪੈਦਾ ਹੋਏ, ਵੱਡੇ ਬਾਬਾ ਮੋਹਨ ਜੀ, ਛੋਟੇ ਬਾਬਾ ਮੋਹਰੀ ਜੀ। ਬਾਬਾ ਮੋਹਰੀ ਜੀ ਤੋਂ ਛੋਟੀ ਇੱਕ ਧੀ ਬੀਬੀ ਦਾਨੀ ਜੀ। 4 ਸੰਤਾਨ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੱਚਿਆਂ ਦੀ ਦਾਤ ਪ੍ਰਾਪਤ ਹੋਈ। ਧਰਮ ਦੀ ਕਿਰਤ ਕਰਦਿਆਂ ਨਾਲ ਮਨ ਵਿੱਚ ਸ਼ੌਂਕ ਪੈਦਾ ਹੋਇਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਵੇ, ਜੀਵਨ ਸਫਲ ਹੋਵੇ। ਉਹ ਯਾਤਰਾ ਪ੍ਰਾਰੰਭ ਕਰ ਦਿੱਤੀ। ਆਪ ਜੀ ਨੇ ਬੜੀ ਵਾਰੀ ਇਹ ਕਥਾ ਸੁਣੀ ਹੈ ਕਿ 20-21 ਵਾਰੀ ਲਗਭਗ ਗੰਗਾ ਵਿਖੇ ਜਾ ਪਹੁੰਚ ਕੇ ਇਸ਼ਨਾਨ ਕੀਤਾ ਸੀ। ਅਖੀਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਕਰਵਾਇਆ। ਤੇ ਜਦੋਂ ਗੁਰੂ ਨਾਲ ਮਿਲਾਪ ਹੋਵੇ ਫਿਰ ਪ੍ਰੀਖਿਆ ਵੀ ਵੱਡਿਆਂ ਦੀ ਵੱਡੀ ਹੁੰਦੀ ਹੈ। ਵੱਡੀਆਂ ਕਲਾਸਾਂ ਦੇ ਪੇਪਰ ਵੀ ਬੜੇ ਔਖੇ ਹੁੰਦੇ ਹਨ। ਅਜੇ ਜਾ ਕੇ ਪਹੁੰਚੇ ਸਨ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ ਸਿੱਖਾਂ ਨੂੰ ਕਿ ਲਿਆਓ ਚਾਦਰ ਵਿਛਾਈਏ, ਚਤਈ ਵਿਛਾਈਏ, ਸਾਡੇ ਕੁੜਮ ਸਾਹਿਬ ਆਏ ਨੇ। ਕਿ ਗਿਆ ਕਿ ਚਰਨਾਂ ਤੇ ਡਿੱਗ ਪਏ, ਕਹਿਣ ਲੱਗੇ ਮਹਾਰਾਜ ਅੱਜ ਕੁੜਮ ਬਣ ਕੇ ਨਹੀਂ, ਅੱਜ ਸੇਵਾਦਾਰ ਬਣ ਕੇ ਆਇਆ ਹਾਂ, ਕਿਰਪਾ ਕਰਕੇ ਸੇਵਕ ਬਣਾਓ, ਚਰਨ ਵਿੱਚ ਥਾਂ ਦਿਓ। ਤਾਂ ਉਸ ਸਮੇਂ ਸਾਹਿਬ ਗੁਰੂ ਅੰਗਦ ਦੇ ਪਾਤਸ਼ਾਹ ਨੇ ਆਖਿਆ ਸੀ ਪੁਰਖਾ ਸੇਵਾਦਾਰ ਬਣ ਕੇ ਆਇਆ ਹੈ ਤੇ ਟਹਿਲੋਂ ਫਿਰ ਮਹਿਲ ਦੀ ਪ੍ਰਾਪਤੀ ਹੁੰਦੀ ਹੈ, ਸੇਵਾ ਵਿੱਚੋਂ ਸਭ ਕੁਝ ਮਿਲਦਾ, ਫਿਰ ਗਾਗਰ ਚੁੱਕ ਲੈ। ਬਿਰਧ ਅਵਸਥਾ 62 ਸਾਲ ਦੀ ਉਮਰ ਸੀ ਜਿਸ ਸਮੇਂ ਸਾਹਿਬਾਂ ਦੀ ਸੇਵਾ ਵਿੱਚ ਪਹੁੰਚਦੇ ਹਨ। ਫਿਰ ਜੋ ਉਹਨਾਂ ਨੇ ਸੇਵਾ ਕੀਤੀ ਘੱਲ ਨਾ ਘਾਲੀ। ਇਤਿਹਾਸ ਤਾਂ ਇਸ ਗੱਲ ਦੀ ਗਵਾਹੀ ਭਰਦਾ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ 17 ਰਾਗਾਂ ਵਿੱਚ 869 ਸ਼ਬਦ ਹਨ। ਜਿਨ੍ਹਾਂ ਸ਼ਬਦਾਂ ਵਿੱਚ ਜਿੱਥੇ ਸਿਮਰਨ ਦਾ ਜ਼ਿਕਰ ਹੈ ਉੱਥੇ ਸਾਹਿਬ ਕਹਿੰਦੇ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ,
ਜੰਮਨ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਇਹ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਹਨ। ਸੇਵਾ ਕਿੰਨੀ ਮਹਾਨ ਤੇ ਕਿਵੇਂ ਕੀਤੀ ਜਾਂਦੀ ਹੈ। ਹਸਤੀ ਸਿਰ ਜਿਉ ਅੰਕਸ ਹੈ, ਅਹਰਨ ਜਿਉ ਸਿਰ ਦੇ, ਇਉ ਮਨ ਤਨ ਆਗੈ ਰਾਖ ਕੈ, ਉਬੀ ਸੇਵ ਕਰੇ। ਖੜੀ ਸੇਵਾ ਕਰਨੀ। ਉਬੀ ਸੇਵਾ ਦਾ ਅਰਥ ਹੁੰਦਾ ਸੁਚੇਤ ਤੇ ਸਾਵਧਾਨ ਹੋ ਕਰਕੇ ਸੇਵਾ ਕਰਨੀ। ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾ ਲੈ। ਸਾਰੀ ਸ੍ਰਿਸ਼ਟੀ ਦਾ ਰਾਜ ਸਾਹਿਬ ਕਹਿੰਦੇ ਮਿਲ ਜਾਂਦਾ, ਤੇ ਉਹ ਮਿਲ ਗਿਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ। ਤੀਜੇ ਸਤਿਗੁਰੂ ਹੋਣ ਦਾ ਮਾਣ ਸਿੱਖ ਸੰਗਤਾਂ ਦੇ ਵਿੱਚ ਬੜੀ ਇਹ ਚਰਚਾ ਚੱਲ ਪਈ ਕਿ ਸਾਨੂੰ ਇਉਂ ਜਾਪਦਾ ਹੈ ਕਿ ਗੁਰੂ ਅੰਗਦ ਦੇ ਪਾਤਸ਼ਾਹ ਬਾਬਾ ਅਮਰਦਾਸ ਜੀ ਨੂੰ ਆਪਣੇ ਥਾਂ 'ਤੇ ਬਿਠਾਉਣਗੇ। ਆਪ ਜੀ ਨੇ ਹੁਣੇ ਸਰਵਣ ਕੀਤਾ ਹੈ ਗੁਰੂ ਘਰ ਦੇ ਢਾਡੀਆਂ ਦੇ ਪਾਸੋਂ ਕਿ ਮਾਤਾ ਖੀਵੀ ਜੀ ਬੜੇ ਨੇਕ ਦਿਲ ਸਨ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਹੈ, ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ। ਮਾਤਾ ਖੀਵੀ ਦਾ ਸ਼ੌ ਗੁਰੂ ਅੰਗਦ ਦੇ ਪਾਤਸ਼ਾਹ ਮਹਾਂਪੁਰਖ ਹੈ, ਜਿਸ ਨੇ ਧਰਤੀ ਚੁੱਕੀ ਹੋਈ, ਧਰਤੀ ਦਾ ਭਾਰ ਚੁੱਕਿਆ ਹੈ। ਮਾਤਾ ਜੀ ਨੇ ਸਮਝਾਇਆ ਸੀ ਦਾਤੂ ਤੇ ਦਾਸੂ ਨੂੰ, ਕਿਉਂਕਿ ਉਹ ਬ੍ਰਹਮ ਅਵਸਥਾ ਦੇ ਮਾਲਕ ਸਨ ਮਾਤਾ ਜੀ, ਕਿ ਇਹ ਸੇਵਕ ਦੀ ਵਸਤੂ ਹੈ, ਤੁਹਾਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੇਗੀ। ਬਹੁਤ ਹੱਦ ਤੱਕ ਮਾਤਾ ਜੀ ਨੇ ਉਹਨਾਂ ਨੂੰ ਸਮਝਾ ਕਰਕੇ ਸ਼ਾਂਤ ਰੱਖਿਆ ਸੀ, ਪਰ ਲੋਕਾਂ ਦੀ ਚੁੱਕਣਾ ਵਿੱਚ ਆ ਕਰਕੇ ਉਹਨਾਂ ਨੇ ਜੋ ਗੁਸਤਾਖੀ ਕੀਤੀ, ਸਾਡਾ ਇਤਿਹਾਸ ਉਹ ਦੱਸਦਾ, ਉਹ ਆਪ ਜੀ ਨੇ ਹੁਣੇ ਇਤਿਹਾਸ ਸਰਵਣ ਕੀਤਾ ਸੀ। ਦਾਸ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਰੂ ਬਣ ਤੋਂ ਬਾਅਦ ਦੀਆਂ ਕੁਛ ਸਾਖੀਆਂ ਆਪ ਜੀ ਨਾਲ ਸਾਂਝੀਆਂ ਕਰਦਾ ਹੈ। ਇੱਕ ਗੁਰਮੁਖ ਪਿਆਰਾ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ, ਇਤਿਹਾਸ ਵਿੱਚ ਨਾਮ ਲਿਖਿਆ ਉਸ ਦਾ ਭਾਈ ਜੱਗਾ ਕਰਕੇ। ਬੇਨਤੀ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਮੈਂ ਚਾਹੁੰਦਾ ਮੇਰੀ ਕਲਿਆਣ ਹੋਵੇ, ਮੁਕਤੀ ਹੋਵੇ, ਮਨ ਸ਼ਾਂਤ ਟਿਕਾ ਸਥਿਰਤਾ ਵਿੱਚ ਹੋਵੇ, ਤੇ ਇਸ ਵਾਸਤੇ ਮੈਂ ਯਤਨ ਕੀਤਾ। ਇੱਕ ਜੋਗੀ ਮੇਰੇ ਪਾਸ ਚੱਲ ਕਰਕੇ ਆਇਆ ਤੇ ਉਹ ਕਹਿਣ ਲੱਗਾ ਕਿ ਭਾਈ ਜੇਕਰ ਤੂੰ ਕਲਿਆਣ ਚਾਹੁੰਦਾ ਨਾ, ਆਪਣਾ ਗ੍ਰਸਥ ਧਰਮ ਜਿਹੜਾ ਤਿਆਗ ਦੇ, ਬੱਚਿਆਂ ਦਾ ਮੋਹ ਕੁਟੰਬ ਕਬੀਲਾ ਸਾਰਾ ਛੱਡ, ਪਰਿਵਾਰ ਛੱਡ ਕਰਕੇ ਮੇਰੇ ਕੋਲ ਆ ਜਾਣਾ ਕਰ, ਤੇ ਮੈਂ ਤੈਨੂੰ ਉਪਦੇਸ਼ ਦੇਵਾਂਗਾ, ਤੇ ਉਸ ਉਪਦੇਸ਼ ਨੂੰ ਤੂੰ ਕਮਾਉਣਾ ਕਰੀ। ਤੇ ਮਹਾਰਾਜ ਜੀ ਮੈਂ ਆਪ ਜੀ ਦੇ ਕੋਲ ਚੱਲ ਕਰਕੇ ਆਇਆ ਹਾਂ, ਕਿਰਪਾ ਕਰੋ ਮੇਰੀ ਕਲਿਆਣ ਕਿਵੇਂ ਹੋਵੇ। ਇਹ ਜਿਹੜੀਆਂ ਸਿੱਖਾਂ ਦੇ ਜੀਵਨ ਦੀਆਂ ਸਾਖੀਆਂ ਨਾ, ਇਹ ਸਾਡੇ ਵਾਸਤੇ ਬੜਾ ਵੱਡਾ ਪ੍ਰੇਰਨਾ ਸਰੋਤ ਅੱਜ ਵੀ ਕਲਿਆਣ ਕਰਨ ਵਾਲੀਆਂ ਹਨ, ਸੁੱਖ ਦੇਣ ਵਾਲੀਆਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਕਿਹੜਾ ਮਾਰਗ ਉੱਚਾ ਤੇ ਸੁੱਚਾ ਹੈ, ਮੈਂ ਉਸ ਰਾਹ 'ਤੇ ਤੁਰਾਂ ਜਿਸ ਕਰਕੇ ਮੇਰੀ ਕਲਿਆਣ ਹੋ ਸਕੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਜੱਗੇ ਦੇ ਤਾਈ, ਕਿ ਘਰ ਪਰਿਵਾਰ ਛੱਡਣ ਦੀ ਕੋਈ ਲੋੜ ਨਹੀਂ ਹੈ। ਗੁਰਮਤ ਦਾ ਮਾਰਗ ਤਾਂ ਇਹੀ ਹੈ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕਿਰਤ ਧਰਮ ਦੀ ਕਰਦਿਆਂ, ਕਾਰ ਵਿਹਾਰ ਕਰਦਿਆਂ ਹੋਇਆਂ ਮਾਲਕ ਦੇ ਨਾਲ ਸੁਰਤ ਜੋੜ ਕਰਕੇ ਰੱਖਣੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਤੂੰ ਧਰਮ ਦੀ ਕਿਰਤ ਕਰ, ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਹੀ ਨਾਮ ਜਪਣਾ ਕਰ। ਜਿਵੇਂ ਕਮਲ ਦਾ ਫੁੱਲ ਪਾਣੀ ਚਿੱਕੜ ਵਿੱਚ ਰਹਿੰਦਾ ਹੋਇਆ ਵੀ ਸੂਰਜ ਵੱਲ ਵੇਖਦਾ ਰਹਿੰਦਾ ਹੈ, ਇਸੇ ਤਰ੍ਹਾਂ ਹੀ ਭਾਈ ਸੰਸਾਰ ਵਿੱਚ ਰਹਿੰਦਿਆਂ, ਸੰਸਾਰ ਦੇ ਪਦਾਰਥਾਂ ਰੂਪੀ ਪਾਣੀ ਵਿੱਚ ਰਹਿੰਦਿਆਂ ਹੋਇਆਂ ਹੀ ਕਮਲ ਫੁੱਲ ਦੀ ਨਿਆਈ ਗੁਰੂ ਸੂਰਜ ਦੇ ਵੱਲ ਹਮੇਸ਼ਾ ਵੇਖਦੇ ਰਹਿਣਾ। ਜਦੋਂ ਤੁਹਾਡਾ ਧਿਆਨ ਗੁਰੂ ਸੂਰਜ ਵਾਲੇ ਪਾਸੇ ਹੋਵੇਗਾ, ਤੁਹਾਨੂੰ ਦੁਨੀਆ ਦੇ ਬੰਧਨ ਤੁਹਾਡੇ ਰਸਤੇ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾ ਸਕਣਗੇ। ਇਸ ਤਰ੍ਹਾਂ ਨਾਮ ਜਪਦਿਆਂ, ਸਿਮਰਨ ਕਰਦਿਆਂ ਹੋਇਆਂ ਤੁਸੀਂ ਮੁਕਤੀ ਤੇ ਕਲਿਆਣ ਨੂੰ ਪ੍ਰਾਪਤ ਕਰ ਲਓਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਭਾਈ ਜੱਗਾ ਨੇ ਧਾਰਨ ਕੀਤਾ। ਜਿਵੇਂ ਸਾਹਿਬਾਂ ਦੱਸਿਆ ਸੀ ਉਸੇ ਤਰ੍ਹਾਂ ਕਰਦਿਆਂ ਹੋਇਆਂ, ਕਿਰਤ ਕਰਦਿਆਂ, ਕਾਰ ਵਿਹਾਰ ਕਰਦਿਆਂ, ਭਾਵ ਭਗਤੀ ਤੇ ਬੰਦਗੀ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਪ੍ਰਾਪਤੀ ਹੋਈ। ਜੀਵਨ ਦੀ ਯਾਤਰਾ ਸਫਲ ਹੋ ਗਈ। ਇਸੇ ਤਰ੍ਹਾਂ ਲਾਹੌਰ ਦੇ ਲਾਗੇ ਇੱਕ ਪਿੰਡ ਹੈ, ਨਗਰ ਦਾ ਨਾਮ ਹੈ ਚੂਣੀਆਂ। ਉਸ ਨਗਰ ਦਾ ਰਹਿਣ ਵਾਲਾ ਇੱਕ ਪੰਡਤ ਵਿਦਵਾਨ ਭਾਈ ਬੇਨੀ, ਊਠਾਂ ਦੇ ਨਾਲ ਉਸਨੇ ਗ੍ਰੰਥ ਲੱਦੇ ਹੋਏ ਸੀ, ਦਿਗ ਵਿਜੇ ਕਰਦਾ ਸੀ ਕਿ ਮੈਂ ਦੁਨੀਆ ਦੇ ਸਾਰੇ ਵਿਦਵਾਨਾਂ ਨੂੰ ਜਿੱਤ ਲੈਣਾ ਹੈ। ਪਤਾ ਲੱਗਾ ਕਿ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬੜੀ ਉੱਚੀ ਅਵਸਥਾ ਦੇ ਮਾਲਕ ਹਨ। ਆ ਪਹੁੰਚਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਸੀ ਕਿ ਲੰਗਰ ਵਿੱਚੋਂ ਪਹਿਲਾਂ ਪ੍ਰਸ਼ਾਦਾ ਛਕਣਾ, ਫਿਰ ਦਰਸ਼ਨ ਦੀਦਾਰ ਬਖਸ਼ਿਸ਼ ਕਰਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉਸ ਹੁਕਮ ਨੂੰ ਬਹੁਤ ਸਾਰੇ ਜਿਹੜੇ ਵੱਡੇ ਆਪਣੇ ਆਪ ਨੂੰ ਵਿਦਵਾਨ ਤੇ ਉੱਚੀ ਜਾਤ ਦੇ ਲੋਕ ਖਵਾਉਂਦੇ ਸਨ, ਉਹ ਜ਼ਿਆਦਾ ਕਰਕੇ ਮੰਨਣ ਵਾਸਤੇ ਤਿਆਰ ਨਹੀਂ ਸਨ ਹੁੰਦੇ। ਪਰ ਸਤਿਗੁਰੂ ਪਾਤਸ਼ਾਹ ਦੇ ਜੋ ਅਸੂਲ ਬੱਧੇ ਹੋਏ ਸਨ, ਬੜੇ ਉੱਚੇ ਤੇ ਸੁੱਚੇ ਸਨ। ਇਹਨਾਂ ਦੀ ਮੁਖਾਲਫਤ ਉਸ ਸਮੇਂ ਦੇ ਕੱਟੜਵਾਦੀ ਲੋਕ ਜਿਹੜੇ ਬ੍ਰਾਹਮਣ ਪੰਡਤ ਉੱਚੀ ਜਾਤ ਦੇ ਖਵਾਉਂਦੇ ਸਨ, ਉਹਨਾਂ ਵੱਲੋਂ ਬਹੁਤ ਹੱਦ ਤੱਕ ਕੀਤੀ ਗਈ। ਇੱਥੋਂ ਤੱਕ ਕਿ ਅਕਬਰ ਦੀ ਕਚਹਿਰੀ ਵਿੱਚ ਸ਼ਿਕਾਇਤਾਂ ਵੀ ਲਾਈਆਂ ਗਈਆਂ ਕਿ ਜੋ ਪੁਰਾਤਨ ਸਨਾਤਨ ਮਤ ਦਾ ਸਿਧਾਂਤ ਸੀ, ਜੋ ਸਨਾਤਨ ਮਤ ਦੇ ਵਿੱਚ ਪੂਜਾ ਪ੍ਰਤਿਸ਼ਠਾ ਸੀ, ਜੋ ਵਰਤ ਸਨ, ਤੀਰਥ ਯਾਤਰਾ ਸੀ, ਉਹਦਾ ਸਭ ਕੁਝ ਦਾ ਖੰਡਨ ਗੁਰੂ ਅਮਰਦਾਸ ਜੀ ਕਰ ਰਹੇ ਨੇ। ਸਾਡੇ ਧਰਮ ਨੂੰ ਠੇਸ ਪਹੁੰਚਾ ਰਹੇ ਨੇ ਗੁਰੂ ਅਮਰਦਾਸ, ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਏ। ਇਹ ਉਸ ਸਮੇਂ ਦੇ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਲਾਈਆਂ ਗਈਆਂ ਸਨ। ਕਚਹਿਰੀ ਵਿੱਚ ਮਾਮਲਾ ਪਹੁੰਚ ਗਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਵੱਲੋਂ ਗੁਰੂ ਰਾਮਦਾਸ ਪਾਤਸ਼ਾਹ ਗਏ ਸਨ ਕਚਹਿਰੀ ਵਿੱਚ, ਗੁਰੂ ਘਰ ਦਾ ਸੱਚ ਰੱਖਣ ਵਾਸਤੇ, ਗੁਰੂ ਘਰ ਦਾ ਪੱਖ ਰੱਖਣ ਵਾਸਤੇ। ਸੋ ਦਾਸ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ। ਉਸ ਵਿਦਵਾਨ ਪੰਡਤ ਨੇ ਆ ਕਰਕੇ ਆਖਿਆ, ਮੇਰੇ ਨਾਲ ਚਰਚਾ ਕਰੋ। ਤੇ ਸਤਿਗੁਰੂ ਪਾਤਸ਼ਾਹ ਦਾ ਪਾਵਨ ਬਚਨ ਹੈ, ਪੜ੍ਹਿਆ ਮੂਰਖੇ ਆਖੀਐ ਜਿਸ ਲੱਭ ਲੋਭ ਅਹੰਕਾਰਾ। ਉਹ ਭਾਵੇਂ ਦੁਨੀਆ ਦਾ ਕਿੱਡਾ ਵੀ ਵੱਡਾ ਵਿਦਵਾਨ ਹੋਵੇ, ਜਿਹੜਾ ਹੰਕਾਰ ਅਤੇ ਲੋਭ ਵਿੱਚ ਫਸਿਆ ਹੋਇਆ ਵਿਅਕਤੀ ਹੈ, ਉਹ ਮਹਾਮੂਰਖ ਹੈ ਸਾਡੀ ਦ੍ਰਿਸ਼ਟੀ ਦੇ ਵਿੱਚ। ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਮੂਰਖ ਆਖਦੇ ਹੋ। ਸਾਹਿਬ ਕਹਿੰਦੇ, ਜਿਸ ਦੇ ਪੱਲੇ ਹੰਕਾਰ ਹੋਵੇਗਾ ਨਾ, ਤੂੰ ਗ੍ਰੰਥ ਨਹੀਂ ਲੱਦੇ, ਊਠਾਂ ਦੇ ਹੰਕਾਰ ਲੱਦੀ ਫਿਰਦਾ ਹੈ। ਜੇਕਰ ਮਨ ਦੀ ਸ਼ਾਂਤੀ ਟਿਕਾ ਸੁਖ ਚਾਹੁੰਦਾ ਹੈ ਤੇ ਸਾਰੇ ਗ੍ਰੰਥ ਰੋੜ ਦੇ ਬਿਆਸਾ ਦਰਿਆ ਵਿੱਚ, ਫਿਰ ਗੁਰੂ ਕਾ ਉਪਦੇਸ਼ ਤੈਨੂੰ ਪ੍ਰਾਪਤ ਹੋਵੇਗਾ, ਕਮਾਉਣਾ ਕਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਮੰਨਿਆ, ਉਸੇ ਤਰ੍ਹਾਂ ਹੀ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਘਰ ਦਾ ਪ੍ਰਚਾਰ ਕਥਾਪ ਦਿੱਤਾ। ਜਿਹੜੀਆਂ 22 ਮੰਜੀਆਂ ਬਖਸ਼ਿਸ਼ ਕੀਤੀਆਂ, ਉਹਨਾਂ 22 ਮੰਜੀਆਂ ਦੇ ਵਿੱਚੋਂ ਇੱਕ ਭਾਈ ਬੇਨੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੰਜੀ ਬਖਸ਼ਿਸ਼ ਕੀਤੀ। ਤੇ ਇਹ ਗੁਰਮਤਿ ਦਾ ਸਿਧਾਂਤ ਹੈ ਕਿ ਹਰ ਜੂ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਕਿ ਗੁਰੂ ਪਰਮੇਸ਼ਰ ਨੂੰ ਕਦੇ ਵੀ ਹੰਗਤਾ, ਮਮਤਾ, ਹੰਕਾਰ ਤੇ ਮੇਰ ਤਿਰ ਭਾਉਂਦਾ ਨਹੀਂ। ਧਾਰਮਿਕ ਸ਼ਸਤਰ, ਵੇਦ, ਪੁਰਾਣ ਵੀ ਸਾਰੇ ਕੂਕ ਕੂਕ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਸੁਣਾਉਂਦੇ ਹਨ ਕਿ ਹੰਕਾਰ ਗੁਰੂ ਪਰਮੇਸ਼ਰ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ ਦੀ ਇੱਕ ਹੋਰ ਛੋਟੀ ਜਿਹੀ ਘਟਨਾ ਕਹਿ ਕਰਕੇ ਦਾਸ ਸਮਾਪਤੀ ਕਰਦਾ ਹੈ, ਕਿਉਂਕਿ ਸਮਾਂ ਜ਼ਿਆਦਾ ਇੰਨਾ ਨਹੀਂ ਹੈ। ਡੱਲਾ ਨਗਰ ਹੈ ਸੁਲਤਾਨਪੁਰ ਸਾਹਿਬ ਲੋਧੀ ਤੋਂ ਚੜ੍ਹਦੇ ਪਾਸੇ ਲਗਭਗ 3 ਕਿਲੋਮੀਟਰ ਦੀ ਦੂਰੀ 'ਤੇ। ਇਸ ਨਗਰ ਵਿੱਚ 72 ਬ੍ਰਹਮ ਗਿਆਨੀ ਮਹਾਂਪੁਰਖ ਹੋਏ ਹਨ। ਇਹ ਨਗਰ ਜਿਹੜਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਹੁਰਾ ਪਿੰਡ ਹੈ। ਭਾਈ ਪਾਰੋ ਜੀ ਬ੍ਰਹਮ ਗਿਆਨੀ ਹੋਏ, ਜਿਨ੍ਹਾਂ ਬਾਰੇ ਭਾਈ ਗੁਰਦਾਸ ਸਾਹਿਬ ਲਿਖਦੇ, ਭਾਈ ਪਾਰੋ ਪਰਮਹੰਸ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਸਿੱਖੀ ਧਾਰਨ ਕੀਤੀ। ਸਾਹਿਬਾਂ ਨੇ ਘੋੜੀ ਬਖਸ਼ਿਸ਼ ਕੀਤੀ ਸੀ। ਇੱਕ ਦਿਨ ਬਿਆਸਾ ਦਰਿਆ ਆਪਣੀ ਘੋੜੀ 'ਤੇ ਸਵਾਰ ਹੋ ਕਰਕੇ ਲੰਘਣ ਲੱਗਾ, ਤੇ ਘੋੜੀ ਜਿਹੜੀ ਸੀ ਉਹਦੇ ਟਾਪ ਪੈਰ ਜਿਹੜੇ ਸਨ ਪਾਣੀ ਨੂੰ ਛੂਹ ਨਹੀਂ ਸੀ ਰਹੇ, ਇਉਂ ਜਾਪਦਾ ਸੀ ਹਵਾ ਵਿੱਚ ਉੱਡਦੀ ਆ ਰਹੀ ਹੋਵੇ। ਇੱਕ ਨਵਾਬ ਦਿੱਲੀ ਨੂੰ ਜਾ ਰਿਹਾ ਸੀ, ਵੇਖ ਕੇ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਇੰਨੀ ਕਰਾਮਾਤ ਸ਼ਕਤੀ ਤੁਸੀਂ ਕਿੱਥੋਂ ਹਾਸਲ ਕੀਤੀ? ਮੈਂ ਤੁਹਾਨੂੰ ਆਪਣਾ ਪੀਰ ਬਣਾਉਂਦਾ ਹਾਂ। ਕਹਿਣ ਲੱਗੇ, ਮੈਂ ਪੀਰ ਕਦੋਂ ਬਣਿਆ? ਪੀਰ ਬਣਾਉਣਾ ਤੇ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹਨ। ਚੱਲ ਮੇਰੇ ਨਾਲ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਲਈ ਉਸ ਨਵਾਬ ਦਾ ਵੀ ਪਾਰ ਉਤਾਰਾ ਹੋਇਆ। ਤੇ ਇੱਕ ਦਿਨ ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਪਾਰੋ ਮੋਹੇ ਮਨ ਆਵੈ ਗੁਰਤਾ ਗੱਦੀ ਪਰ ਤੋਹੇ ਬਿਠਾਵੇ। ਭਾਈ ਪਾਰੋ, ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਸ਼ ਕਰ ਦਈਏ। ਤੇ ਕਹਿਣ ਲੱਗਾ, ਨਹੀਂ ਮਹਾਰਾਜ, ਸਤਿਗੁਰੂ ਸਿੱਖੀ ਮੋਹੇ ਭਾਵੈ ਗੁਰਤਾ ਗੱਦੀ ਸਤਿਗੁਰੈ ਸੁਹਾਵੇ। ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਸੰਗਤਾਂ ਨੇ ਆਖਿਆ, ਭਾਈ ਪਾਰੋ ਤੂੰ ਕਦੀ ਗੁਰੂ ਕੋਲੋਂ ਮੰਗਿਆ ਨਹੀਂ, ਅਸੀਂ ਚਾਹੁੰਦੇ ਹਾਂ ਕਿ ਗੁਰੂ ਅਮਰਦਾਸ ਜੀ ਦੇ ਕੋਲੋਂ ਤੁਸੀਂ ਕੁਛ ਮੰਗੋ। ਤੇ ਕਹਿਣ ਲੱਗੇ, ਸਾਧ ਸੰਗਤ ਜੀ, ਅੱਜ ਮੈਂ ਸਤਿਗੁਰੂ ਜੀ ਦੇ ਕੋਲੋਂ ਮੰਗਾਂਗਾ। ਉੱਠ ਕੇ ਸੰਗਤ 'ਚ ਖਲੋ ਗਏ। ਕਹਿਣ ਲੱਗੇ, ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ,
ਜੇਕਰ ਤਰੁੱਠੇ ਹੋ ਪ੍ਰਸੰਨ ਹੋ ਤੇ ਕਿਰਪਾ ਕਰੋ ਸਾਲ ਵਿੱਚ ਇੱਕ ਵਾਰੀ ਸਾਰੀ ਸੰਗਤ ਦੇ ਜ਼ਰੂਰ ਦਰਸ਼ਨ ਕਰਵਾ ਦਿਆ ਕਰੋ। ਕਿਰਪਾ ਕਰੋ, ਮੇਰੀ ਇੱਛਾ ਹੈ ਕਿ ਵਿਸਾਖੀ ਦਾ ਜੋੜ ਮੇਲਾ ਜਿਹੜਾ ਨਾ ਗੋਂਦਵਾਲ ਸਾਹਿਬ ਦੀ ਧਰਤੀ ਤੇ ਪ੍ਰਾਰੰਭ ਹੋਵੇ। ਇਹ ਭਾਈ ਪਾਰੋ ਨੇ ਬੇਨਤੀ ਕੀਤੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਤੇ ਸਿੱਖ ਧਰਮ ਵਿੱਚ, ਸਿੱਖ ਇਤਿਹਾਸ 'ਚ ਵਿਸਾਖੀ ਦਾ ਪਹਿਲਾ ਜੋੜ ਮੇਲਾ ਗੋਂਦਵਾਲ ਸਾਹਿਬ ਦੀ ਧਰਤੀ ਤੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪ੍ਰਾਰੰਭ ਕੀਤਾ। ਇੱਕ ਵਾਰੀ ਸਤਿਗੁਰੂ ਪਾਤਸ਼ਾਹ ਜੀ ਇਸ ਨਗਰ ਵਿੱਚ ਪਹੁੰਚੇ, ਪ੍ਰਿਥੀ ਮੱਲ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਪ੍ਰੇਮੀ ਜਦੋਂ ਹੀ ਸਾਹਿਬ ਜੀ ਜਾ ਕਰਕੇ ਪਹੁੰਚੇ, ਮਨ ਵਿੱਚ ਉੱਚੀ ਜਾਤ ਦਾ ਹੰਕਾਰ ਸੀ। ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ, ਔਰ ਹੰਕਾਰੀ ਗਿਰਾ ਉਚਾਰੀ ਏਕਾ ਜਾਤ ਹਮਾਰ ਤੁਮਾਰੀ। ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਸੁਨ ਗੁਰ ਅਮਰਦਾਸ ਭਣਿਓ ਫਿਰ ਸੋਈ, ਗੁਰ ਕੀ ਜਾਤ ਪਾਤ ਨਹਿ ਕੋਈ। ਕਹਿਣ ਲੱਗੇ, ਜੇਕਰ ਇਸ ਨਾਤੇ ਚਾਹੁੰਦੇ ਹੋ ਕਿ ਗੁਰੂ ਵੀ ਭੱਲਿਆਂ ਦੀ ਅੰਸ਼ ਬੰਸ ਦਾ ਤੇ ਅਸੀਂ ਵੀ ਭੱਲੇ ਖੱਤਰੀ ਹਾਂ, ਤੁਸੀਂ ਮੇਰੇ ਕੁਛ ਨਹੀਂ ਲੱਗਦੇ ਹੋ। ਗੁਰੂ ਨਾਲ ਸਾਂਝ ਪਾਉਣੀ ਹੈ, ਜਾਤ ਪਾਤ ਤੋਂ ਉੱਪਰ ਉੱਠਣਾ ਕਰੋ। ਜਾਤ ਪਾਤ ਦੇ ਬੰਧਨਾਂ ਦੇ ਵਿੱਚ ਬੱਝਾ ਹੋਇਆ ਗੁਰੂ ਦੇ ਨਾਲ ਆਪਣੀ ਸਾਂਝ ਨਹੀਂ ਪਾ ਸਕਦਾ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਕੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰਕੇ ਉਹਨਾਂ ਦੇ ਜਾਤ ਪਾਤ ਦੇ ਜਿਹੜੇ ਬੰਧਨ ਸਨ ਕੱਟ ਦਿੱਤੇ। ਛੋਟੀ ਜਿਹੀ ਸਾਖੀ ਸੁਣਾ ਕੇ ਦਾਸ ਸਮਾਪਤੀ ਕਰਦਾ ਹੈ। ਭਾਈ ਪਾਰੋ ਦੀ ਸੰਗਤ ਕਰਦਾ ਸੀ ਭਾਈ ਲਾਲੂ ਜੀ, ਜਿਨ੍ਹਾਂ ਦੇ ਨਾਲ ਤਈਏ ਤਾਪ ਵਾਲੀ ਕਥਾ ਵੀ ਜੁੜੀ ਹੈ। ਬੇਨਤੀ ਕੀਤੀ, ਮੈਨੂੰ ਵੀ ਇਹ ਪ੍ਰਾਪਤੀ ਹੋਏ। ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਲੈ ਕਰਕੇ ਭਾਈ ਪਾਰੋ ਬ੍ਰਹਮ ਗਿਆਨੀ ਜੀ ਪਹੁੰਚੇ ਗੋਂਦਵਾਲ ਸਾਹਿਬ ਦੀ ਧਰਤੀ ਤੇ। ਜਾਂਦਿਆਂ ਸਾਰੀ ਕੋਈ ਪੁਰਬਲੀ ਕਮਾਈ ਸੀ, ਗੁਰੂ ਅਮਰਦਾਸ ਸਾਹਿਬ ਜੀ ਨੇ ਸਿਰ ਤੇ ਹੱਥ ਰੱਖ ਦਿੱਤਾ, ਦਿਵ ਦ੍ਰਿਸ਼ਟੀ ਖੁੱਲ ਗਈ, ਰਿੱਧੀਆਂ ਸਿੱਧੀਆਂ ਨਿੱਧੀਆਂ ਸਾਰੀਆਂ ਕਰਾਮਾਤਾਂ ਵਰਤ ਗਈਆਂ। ਜਦੋਂ ਗੁਰੂ ਦਿਆਲ ਹੋਵੇ, ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਹਨ, ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਗੁਰੂ ਦਾ ਨਾਮ ਹਿਰਦੇ 'ਚ ਵਸ ਗਿਆ। ਸਾਹਿਬਾਂ ਨੇ ਦਾਤ ਬਖਸ਼ਿਸ਼ ਕੀਤੀ, ਜਿੰਨੀਆਂ ਗੁਪਤ ਸ਼ਕਤੀਆਂ ਸਨ ਸਾਰਿਆਂ ਦੇ ਮਾਲਕ ਭਾਈ ਲਾਲੂ ਜੀ ਨੂੰ ਬਣਾ ਦਿੱਤਾ। ਇੱਕ ਵਪਾਰੀ ਚੱਲਦਾ ਹੋਇਆ ਵਪਾਰ ਕਰਦਾ ਕਿਸੇ ਟਾਪੂ ਤੇ ਜਾ ਕਰਕੇ ਲੱਗਾ। ਉੱਥੋਂ ਦੇ ਲੋਕਾਂ ਨੇ ਉਸ ਨੂੰ ਫੜ ਲਿਆ ਕਿ ਤੂੰ ਇੱਥੇ ਕਿਵੇਂ ਪਹੁੰਚਾ ਹੈ। ਤੇ ਉਸਨੇ ਦੱਸਿਆ ਕਿ ਇਸ ਤਰ੍ਹਾਂ ਮੇਰਾ ਬੇੜਾ ਜਿਹੜਾ ਸੀ ਉਹ ਰਾਹ ਭੁੱਲ ਕਰਕੇ ਇਸ ਪਾਸੇ ਆ ਕਰਕੇ ਲੱਗ ਗਿਆ। ਤੇ ਕਹਿਣ ਲੱਗੇ, ਫਿਰ ਆਪਣੀ ਪਛਾਣ ਦੱਸ, ਜੇਕਰ ਤੂੰ ਬਚਾਅ ਚਾਹੁੰਦਾ ਹੈ, ਤੂੰ ਕਿਸੇ ਵਿਅਕਤੀ ਨੂੰ ਜਾਣਦਾ ਹੈ? ਤਾਂ ਉਹ ਕਹਿਣ ਲੱਗਾ, ਹਾਂ ਭਾਈ ਲਾਲੂ ਨੂੰ ਜਾਣਦਾ ਹਾਂ, ਉਹਦੀ ਸੰਗਤ ਪ੍ਰਾਪਤ ਹੋਈ, ਬੜੇ ਗੁਰਮੁਖ ਨੇ, ਉਹ ਗੁਪਤ ਸ਼ਕਤੀਆਂ ਦੇ ਧਾਰਨੀ ਉੱਥੋਂ ਦੇ ਲੋਕ ਸਨ। ਸਾਰੇ ਹੀ ਉਸ ਸੁਦਾਗਰ ਦੀ ਬੜੀ ਟਹਿਲ ਸੇਵਾ ਕਰਨ ਲੱਗੇ, ਭਾਵਨਾ ਅਦਬ ਸਤਿਕਾਰ ਦੇ ਨਾਲ, ਕਿ ਤੂੰ ਉਸ ਭਾਈ ਲਾਲੂ ਦਾ ਸਿੱਖ ਪ੍ਰੇਮੀ ਹੈ, ਜੋ ਸਾਡਾ ਮਾਲਕ ਹੈ, ਸਾਡੇ ਬਹੁਤ ਵੱਡੇ ਮੁਰਸ਼ਿਦ ਹਨ। ਇਹ ਸਾਖੀ ਸੁਣਾਉਣ ਤੋਂ ਮੇਰਾ ਭਾਵ ਇਹ ਸੀ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਨਿਵਾਜਿਆ, ਉਹ ਸਾਰੀਆਂ ਗੁਪਤ ਤੇ ਪ੍ਰਗਟ ਸ਼ਕਤੀਆਂ ਦੇ ਮਾਲਕ ਬਣ ਗਏ। ਸਾਰੇ ਥਾਵਾਂ ਤੇ ਉਹਨਾਂ ਦੀ ਪੂਜਾ ਹੋਈ। ਭੱਟ ਸਾਹਿਬਾਨ ਜ਼ਿਕਰ ਕਰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹੋਏ, ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤਨ ਆਵੈ। ਕਨ ਹਰ ਕਹਿੰਦੇ ਬਦਲਾਂ ਨੂੰ, ਬਦਲਾਂ ਦੀਆਂ ਬੂੰਦਾਂ ਗਿਣੀਆਂ ਨਹੀਂ ਜਾ ਸਕਦੀਆਂ, ਮੀਂਹ ਦੀਆਂ ਕਣੀਆਂ। ਬਸੰਤ ਰੁੱਤ ਦੇ ਕੁਸਮ ਫੁੱਲ ਨਹੀਂ ਗਿਣੇ ਜਾ ਸਕਦੇ, ਪਰ ਫਿਰ ਵੀ ਕੋਈ ਗਿਣ ਲਵੇ। ਕਨ ਹਰ ਬੂੰਦ ਬਸੋ ਰੁਮਾਵਲ, ਬਸੋ ਨਾਮ ਹੈ ਧਰਤੀ ਦਾ, ਧਰਤੀ ਦੀ ਰੁਮਾਵਲੀ ਜਿੰਨੀ ਬਰਸਪਤੀ ਨਹੀਂ ਗਿਣੀ ਜਾ ਸਕਦੀ। ਕੁਸਮ ਬਸੰਤ ਗਨੰਤ ਨ ਆਵੇ, ਬਸੰਤ ਰੁੱਤ ਦੇ ਫੁੱਲ ਨਹੀਂ ਗਿਣੇ ਜਾ ਸਕਦੇ। ਇਸੇ ਤਰ੍ਹਾਂ ਹੀ ਰਾਵ ਸਸ ਕਿਰਨ ਉਦਰ ਸਾਗਰ ਕੋ, ਰਾਵ ਸਸ ਸੂਰਜ ਤੇ ਚੰਦਰਮੇ ਦੀਆਂ ਕਿਰਨਾਂ ਨਹੀਂ ਜਿਵੇਂ ਗਿਣੀਆਂ ਜਾ ਸਕਦੀਆਂ। ਸਮੁੰਦਰ ਦਾ ਪੇਟ ਕਿੰਨਾ ਗਹਿਰਾ ਨਹੀਂ ਗਿਣਿਆ ਜਾ ਸਕਦਾ। ਗੰਗ ਤਰੰਗ ਅੰਤ ਕੋ ਪਾਵੈ, ਗੰਗਾ ਦੀਆਂ ਲਹਿਰਾਂ ਕਿੰਨੀਆਂ ਉੱਠਦੀਆਂ, ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਹਾਂ ਫਿਰ ਵੀ ਕੋਈ ਗਿਣ ਲਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਸ਼ਿਵ ਜੀ ਦਾ ਧਿਆਨ 88,000 ਵਰੇ ਦੀ ਇੱਕ ਚੌਂਕੜੀ ਵਿੱਚ ਬੈਠਦਾ ਹੈ। ਇੰਨਾ ਲੰਮਾ ਧਿਆਨੀ ਹੈ ਸ਼ਿਵ ਜੀ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਭੱਟ ਸਾਹਿਬਾਨ ਕਹਿੰਦੇ ਗੁਰੂ ਦੇ ਗਿਆਨ ਦੁਆਰਾ ਅਸੀਂ ਇਹ ਗੱਲ ਜਾਣੀ ਹੈ,
हे गुरु अमरदास सच्चे पातशाह, ਤੁਹਾਡੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰ ਅਮਰਦਾਸ ਪਰਸੀਐ ਪੋਮ ਪਾਤਕ ਬਿਨਾਸੈ। ਪੋਮ ਹੁੰਦਾ ਧਰਤੀ, ਪਾਤਕ ਪਾਪ, ਧਰਤੀ ਦੇ ਪਾਪ ਸਾਰੇ ਨਾਸ਼ ਹੋ ਜਾਂਦੇ ਗੁਰੂ ਅਮਰਦਾਸ ਜੀ ਦਾ ਨਾਮ ਲੈਣ ਨਾਲ ਹੀ। ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੈ। ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਜਾਈਦਾ। ਰਿੱਧੀਆਂ ਸਿੱਧੀਆਂ ਦੇ ਧਾਰਨੀ ਲੋਕ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਲੋਚਦੇ ਹਨ। ਗੁਰ ਅਮਰਦਾਸ ਪਰਸੀਏ ਚਰਨਾਂ ਦੀ ਛੋਹ ਮਿਲ ਜਾਣ ਨਾਲ ਧਿਆਨ ਲਈਏ ਪਉ ਮੁੱਕੈ। ਵਾਹਿਗੁਰੂ ਦੇ ਚਰਨਾਂ 'ਚ ਧਿਆਨ ਜੁੜ ਜਾਂਦਾ ਤੇ ਪਉ ਹੁੰਦਾ ਪੈਂਡਾ, ਜੰਮਣ ਮਰਨ ਦਾ ਪੈਂਡਾ ਮੁੱਕ ਜਾਂਦਾ ਹੈ। ਗੁਰ ਅਮਰਦਾਸ ਪਰਸੀਏ ਅਭਾਉ ਲੱਭੈ ਗਉ ਚੁੱਕੈ। ਹੇ ਗੁਰੂ ਅਮਰਦਾਸ ਜੀ, ਤੁਹਾਡੇ ਚਰਨ ਪਰਸਨ ਦੇ ਨਾਲ ਅਭਾਉ ਵਾਹਿਗੁਰੂ ਪਰਮੇਸ਼ਰ ਲੱਭ ਜਾਂਦਾ, ਪ੍ਰਾਪਤ ਹੋ ਜਾਂਦਾ। ਗਉ ਆਵਾਗਮਨ ਦਾ ਚੱਕਰ ਜਿਹੜਾ ਹੈ ਮੁੱਕ ਜਾਂਦਾ ਹੈ। ਇੱਕ ਬਿਨ ਦੁਗਾਨ ਜੋ ਲਹੈ। ਇੱਕ ਤੋਂ ਬਿਨਾਂ ਜਿਹੜਾ ਦੂਸਰੀ ਦਵੈਤ ਹੈ ਮੈਂ ਅਸੀਂ ਨਹੀਂ ਜਾਣਨਾ ਕਰਦੇ। ਸਾਰਿਆਂ ਮਾਨ ਮਨੁੱਖਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਪਰਿਪੂਰਨ ਵਿਆਪਕ ਹੈ। ਪੱਟ ਜਾਲਪ ਕਹਿੰਦੇ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੈ। ਜਿੰਨੇ ਵੀ ਦੁਨੀਆ ਦੇ ਪਦਾਰਥ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਨਾਲ, ਉਹਨਾਂ ਦੇ ਦੀਦਾਰ ਨਾਲ, ਉਹਨਾਂ ਦੀ ਰਹਿਮਤ ਕਿਰਪਾ ਦੀ ਤੱਕਣੀ ਨਾਲ ਸਾਰੇ ਪ੍ਰਾਪਤ ਹੋ ਜਾਂਦੇ ਹਨ। ਐਸੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਸਤਿਕਾਰਯੋਗ ਧੰਨ ਮਾਤਾ ਮਨਸਾ ਦੇਵੀ, ਮਾਤਾ ਰਾਮ ਕੌਰ ਜੀ, ਤਿੰਨਾਂ ਦੇ ਆਨੰਦ ਕਾਰਜ ਵਿਆਹ ਪੁਰਬ ਦੀ ਆਪ ਜੀ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਮੂਹ ਨਗਰ ਨਿਵਾਸੀਆਂ ਦਾ, ਪ੍ਰਬੰਧਕ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਬਾਬਾ ਹਰੀ ਸਿੰਘ ਜੀ, ਆਪ ਗੁਰੂ ਕੀਆਂ ਸਾਜੀਆਂ ਨਵਾਜੀਆਂ ਸਾਧ ਸਮੂਹ ਸਿੱਖ ਸੰਗਤਾਂ ਦਾ ਗੁਰੂ ਕਾ ਇਤਿਹਾਸ ਸੁਣਾਉਂਦਿਆਂ, ਬੋਲਦਿਆਂ, ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਜੀ। ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਤਵਿੰਦਰ ਸਿੰਘ ਜੀ ਜੋ ਕੇਸਗੜ੍ਹ ਦੀ ਧਰਤੀ ਅਨੰਦਪੁਰ ਸਾਹਿਬ ਤੇ ਕਥਾ ਵਿਚਾਰਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਅੱਜ ਵੀ ਉਹਨਾਂ ਕੀਤਾ, ਕੱਲ੍ਹ ਵੀ ਕੀਤਾ, ਪਰਸੋਂ ਵੀ। ਕਾਲੀਏ ਸਮਿੱਤਰੇ ਬਹੁਤ ਬਹੁਤ ਧੰਨਵਾਦ। ਇਹਨਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਵੱਡਿਆਂ ਤੋਂ ਲੈ ਕੇ ਸੁਣਾਉਣਾ ਕੀਤਾ। ਬਹੁਤ ਬਹੁਤ ਧੰਨਵਾਦ। ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਨੂੰ ਹੋਰ ਵਿਦਿਆ ਦਾ ਦਾਨ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਮਿਹਰ ਭਰਿਆ ਹੱਥ ਰੱਖੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਕਥਾ ਵਿਚਾਰਾ ਸੁਣਾਉਣ ਦਾ ਬਲ ਬਖਸ਼ਣ। ਆਹ ਹੁਣ ਭਾਈ ਜਸਾ ਸਿੰਘ ਜੀ ਮਨਿਆਰਾ ਅੱਧੇ ਘੰਟੇ ਵਾਸਤੇ ਆਪ ਜੀ ਨੂੰ ਕੋਈ ਸ਼੍ਰੀ ਰਾਈ ਸੁਣਾਉਣਗੇ। ਉਸ ਤੋਂ ਬਾਅਦ ਭਾਈ ਜਤਿੰਦਰਪਾਲ ਜੀ ਸਿੰਘ ਆਪ ਜੀ ਨੂੰ ਜਿਹੜਾ ਢਾਡੀ ਜਥਾ ਉਹ ਆ ਗਿਆ, ਉਹ 4:30 ਵਜੇ ਸੀ ਆਪ ਜੀ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਆਪੇ ਕੰਡਾ ਤੋਲ ਤਰਾਜੀ ਆਪੇ ਤੋਲਨ ਹਾਰਾ ਆਪੇ ਦੇਖ ਆਪੇ ਬੁਝੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ
ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੈ ਕਿਉ ਕਰ ਮੂੜਾ ਪਾਵੈ तीने ताप नवार नहारा दुख हंता सुखरास तांको भिगना को लागे जाकी प्रभ आगे अरदास ਕਰਾਂ ਬੇਨਤੀ ਦੁਨੀਆ ਦੇ ਉਸ ਪਰਵਦਗਾਰ ਤਾਈਂ ਕਣ ਕਣ ਦੇ ਵਿੱਚ ਵੇਖ ਮਾਲਕਾ ਤੂੰ ਸਭਨੀ ਥਾਈਂ ਕਣ ਕਣ ਦੇ ਵਿੱਚ ਵੇਖ ਮਾਲਕਾ ਤੂੰ ਸਭਨੀ ਥਾਈਂ ਉਹ ਲਿਖਦੇ ਸ਼ਾਇਰ ਕਵੀ ਹਰ ਫੋਲ ਇਤਿਹਾਸ ਪਰਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਕਰਾਂ ਬੇਨਤੀ ਦੁਨੀਆ ਦੇ ਉਸ ਪਰਵਦਗਾਰ ਤਾਈਂ ਕਣ ਕਣ ਦੇ ਵਿੱਚ ਵੇਖ ਮਾਲਕਾ ਤੂੰ ਸਭਨੀ ਥਾਈਂ ਕਣ ਕਣ ਦੇ ਵਿੱਚ ਵੇਖ ਮਾਲਕਾ ਤੂੰ ਸਭਨੀ ਥਾਈਂ ਉਹ ਲਿਖਦੇ ਸ਼ਾਇਰ ਕਵੀ ਸ਼ਰਫੋਲ ਇਤਿਹਾਸ ਪਰਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਸੇਵਾ ਕੀਤੇ ਮਿਲਦੇ ਨੇ ਪਦਮਾਨ ਮਾਣਿਆਂ ਦੇ ਹੋ ਜਾਂਦੇ ਮੁਖ ਉਜਲੇ ਇਹ ਨੇ ਕਥਨ ਸਿਆਣਿਆਂ ਦੇ ਹੋ ਜਾਂਦੇ ਮੁਖ ਉਜਲੇ ਇਹ ਨੇ ਕਥਨ ਸਿਆਣਿਆਂ ਦੇ ਕਾਰ ਰੁਤਬੇ ਮਿਲਦੇ ਰੱਬ ਦਾ ਨਾਮ ਧਿਆਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਸੇਵਾ ਕਰਕੇ ਲੈਣੇ ਤੋਂ ਗੁਰ ਅੰਗਦ ਬਣ ਜਾਂਦਾ ਹੋ ਜੇ ਮੇਰ ਗੁਰੂ ਦੀ ਫਿਰ ਨਹੀਂ ਧੱਕੇ ਕੋਈ ਖਾਂਦਾ ਹੋ ਜੇ ਮੇਰ ਗੁਰੂ ਦੀ ਫਿਰ ਨਹੀਂ ਧੱਕੇ ਕੋਈ ਖਾਂਦਾ ਕੋਈ ਨਹੀਂ ਪੁੱਛਦਾ ਤੇਰੇ ਤੋਂ ਬਿਨਾ ਬੇਪਛਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਅਮਰਦਾਸ ਗੁਰ ਤੀਜੇ ਸੇਵਾ ਬਹੁਤ ਕਮਾਈ ਜੀ ਮਾਨ ਮਾਣਿਆ ਕਹਿ ਕੇ ਬਖਸ਼ੀ ਗੁਰ ਵਡਿਆਈ ਜੀ ਮਾਨ ਮਾਣਿਆ ਕਹਿ ਕੇ ਬਖਸ਼ੀ ਗੁਰ ਵਡਿਆਈ ਜੀ ਉਹ ਮੁਖ ਤੋਂ ਕਹਤਾ ਥੱਲੇ ਕੁੱਟਦੀ ਫਿਰੇ ਨਿਆਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਤਵੀਆਂ ਉੱਤੇ ਬਹਿ ਕੇ ਪਾਣਾ ਮਿੱਠਾ ਕਹਿੰਦੇ ਨੇ ਦੀਨ ਦੁਨੀ ਦੇ ਮਾਲਕ ਜਗ ਦੇ ਦੁਖੜੇ ਸਹਿੰਦੇ ਨੇ ਦੀਨ ਦੁਨੀ ਦੇ ਮਾਲਕ ਜਗ ਦੇ ਦੁਖੜੇ ਸਹਿੰਦੇ ਨੇ ਜਨਮਾਂ ਦੇ ਨਾਲ ਲਾ ਲੋ ਸ਼ਰਬਤ ਘੋਲ ਪਿਆਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਮਾਣ ਪਾਲਿਆ ਮਣੀ ਸਿੰਘ ਨੇ ਬਾਣੀ ਲਿਖ ਕੇ ਜੀ ਬੰਦ ਬੰਦ ਕਟਵਾ ਲਿਆ ਸਿੱਖਿਆ ਗੁਰਾਂ ਤੋਂ ਸਿੱਖ ਕੇ ਜੀ ਬੰਦ ਬੰਦ ਕਟਵਾ ਲਿਆ ਸਿੱਖਿਆ ਗੁਰਾਂ ਤੋਂ ਸਿੱਖ ਕੇ ਜੀ ਉਹ ਆਪ ਜ਼ਬਾਨੋਂ ਦੱਸ ਗਏ ਆਪਣਾ ਬੰਦ ਕਟਵਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਚੁੱਕ ਲਿਆ ਸਰ ਤਲੀ ਦੇ ਉੱਤੇ ਦੀਪ ਸਿੰਘ ਸੂਰੇ ਪੇਟਾ ਸੀਸ ਚੜਾਉਣਾ ਉਹ ਸਿੰਘ ਬਚਨਾਂ ਦੇ ਪੂਰੇ ਪੇਟਾ ਸੀਸ ਚੜਾਉਣਾ ਉਹ ਸਿੰਘ ਬਚਨਾਂ ਦੇ ਪੂਰੇ ਉਹ ਬਿਨਾਂ ਸੀਸ ਤੋਂ ਦੁਸ਼ਮਣ
ਕੇ ਲਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾਤਸ਼ਾਹ ਮਾਣ ਨਿਮਾਣਿਆਂ ਨੂੰ। ਵਾਹਿਗੁਰੂ ਜੀ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਸਤਿਕਾਰਯੋਗ ਬੀਬੀ ਰਾਮ ਕੌਰ ਜੀ ਉਹਨਾਂ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਸਾਲਾਨਾ ਜੋੜ ਮੇਲੇ ਦੀਆਂ ਹਾਜ਼ਰੀਆਂ ਭਰ ਰਹੇ ਪਿਆਰੇ ਖਾਲਸਾ ਜੀ। ਆਓ ਸਾਰੀਆਂ ਸੰਗਤਾਂ ਦਾਸਾਂ ਦੇ ਜਥੇ ਦੀ ਵੀ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਇਓ ਜੀ। ਗਰਜਵੀਂ ਆਵਾਜ਼ ਵਿੱਚ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਤਿਗੁਰੂ ਗੁਰੂ ਅਮਰਦਾਸ ਜੀ ਬੀਬੀ ਰਾਮ ਕੌਰ ਜੀ ਉਹਨਾਂ ਦੇ ਵਿਆਹ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ, ਲੱਖ ਲੱਖ ਮੁਬਾਰਕਾਂ ਸਾਡੇ ਜਥੇ ਵੱਲੋਂ, ਨਗਰ ਨਿਵਾਸੀ ਸੰਗਤਾਂ ਵੱਲੋਂ। ਆਓ ਖਾਲਸਾ ਜੀ, ਇਰਾਦਾ ਤੇ ਬਣਿਆ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਵਿੱਚ ਸਾਂਝ ਪਾਈਏ, ਪਰ ਵੀਰ ਜੀ ਕਹਿ ਕੇ ਗਏ ਆ ਜੱਸਾ ਆ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਜੀ ਦੇ ਵਿਆਹ ਦੇ ਵਿੱਚੋਂ ਸਾਂਝ ਪਾਓ। ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਬੀਬੀ ਭਾਨੀ ਜੀ ਤੇ ਉਹਨਾਂ ਦੇ ਵਿਆਹ ਦੇ ਵਿੱਚੋਂ ਕਹਿੰਦੇ ਅੱਧੇ ਘੰਟੇ ਦੇ ਵਿੱਚ ਕੁਝ ਸੁਣਾਓ। ਆਓ ਖਾਲਸਾ ਜੀ, ਜੋ ਹੁਕਮ ਆ ਸੰਗਤਾਂ ਦਾ ਉਹ ਸਿਰ ਮੱਥੇ। ਸਤਿਕਾਰਯੋਗ ਵੀਰ ਜੱਗਾ ਸਿੰਘ ਜੀ ਕਾਲੀਏ ਵਾਲੇ, ਉਹਨਾਂ ਵੱਲੋਂ ਸਤਿਗੁਰੂ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਉਹਨਾਂ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ 100 ਰੁਪਇਆ ਮਾਇਆ ਭੇਜੀ ਆ। ਧੰਨ ਗੁਰੂ ਅਮਰਦਾਸ ਜੀ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ, ਤਾਣਿਆਂ ਦੇ ਤਾਣ ਸਤਿਗੁਰੂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਕਾਰਯੋਗ ਸਰਪੰਚ ਸਰਦਾਰ ਰਾਜ ਸਿੰਘ ਜੀ ਠੱਠੀ ਨਗਰ ਵਾਲੇ, ਭਾਜੀ ਬਾਜ ਸਿੰਘ ਜੀ, ਉਹਨਾਂ ਦੋਵਾਂ ਭਰਾਵਾਂ ਵੱਲੋਂ ਸਤਿਗੁਰੂ ਗੁਰੂ ਅਮਰਦਾਸ ਜੀ ਬੀਬੀ ਰਾਮ ਕੌਰ ਜੀ ਦੇ ਵਿਆਹ ਦੇ ਖੁਸ਼ੀ ਵਿੱਚ ਮਾਇਆ ਭੇਜੀ ਆ। ਪਾਤਸ਼ਾਹ ਚੜ੍ਹਦੀ ਕਲਾ ਤੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਆਓ ਖਾਲਸਾ ਜੀ, ਸਤਿਗੁਰੂ ਗੁਰੂ ਰਾਮਦਾਸ ਜੀ 34 ਪਾਤਸ਼ਾਹ, ਜਿਨ੍ਹਾਂ ਦੇ ਦੋ ਨਾਂ ਆਏ ਆ ਜੀ ਇਤਿਹਾਸ ਦੇ ਵਿੱਚ, ਦੋ ਨਾਂ। ਇੱਕ ਸਤਿਗੁਰਾਂ ਦਾ ਨਾਮ ਰਾਮਦਾਸ ਜੀ ਆਇਆ ਵਾ, ਇੱਕ ਸਤਿਗੁਰਾਂ ਦਾ ਨਾਮ ਜੇਠਾ ਜੀ ਆਇਆ ਗੁਰੂ ਰਾਮਦਾਸ ਜੀ ਦਾ। ਸੰਗਤ ਜੀ, ਜੇਠਾ ਜੀ ਤੇ ਤਾਂ ਰੱਖਿਆ ਸੀ ਸਤਿਗੁਰਾਂ ਦਾ ਨਾਮ ਮਾਪਿਆਂ ਨੇ ਕਿ ਪਹਿਲੇ ਜ਼ਮਾਨਿਆਂ ਵਿੱਚ ਜਦੋਂ ਮਾਪਿਆਂ ਦੇ ਘਰ ਵਿੱਚ ਪਹਿਲਾ ਪੁੱਤ ਜਾਂ ਧੀ ਜੰਮਦੀ ਸੀ, ਲੋਕ ਕਹਿ ਦਿੰਦੇ ਸੀ ਇਹ ਜੇਠਾ ਪੁੱਤ ਆ, ਜੇਠੀ ਧੀ ਆ। ਸਰਪੰਚ ਸਰਦਾਰ ਕਾਲਾ ਸਿੰਘ ਜੀ ਸਾਡੇ ਪਿਤਾ ਸਮਾਨ, ਉਹਨਾਂ ਵੱਲੋਂ ਸਤਿਗੁਰਾਂ ਦੇ ਵਿਆਹ ਦੇ ਖੁਸ਼ੀ ਵਿੱਚ 100 ਰੁਪਇਆ ਮਾਇਆ ਭੇਜੀ ਆ। ਪਾਤਸ਼ਾਹ ਪਰਿਵਾਰ ਵਿੱਚ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਤਿਗੁਰੂ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਆ ਜੀ। ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਆ। ਸੰਗਤਾਂ ਸਿਰਾਂ ਦੇ ਉੱਤੇ ਮਿੱਟੀ ਦੀਆਂ ਟੋਕਰੀਆਂ ਚੁੱਕ ਚੁੱਕ ਕੇ ਬੌਲੀ ਸਾਹਿਬ ਦੀ ਸੇਵਾ ਕਰ ਰਹੀਆਂ। ਗੁਰੂ ਅਮਰਦਾਸ ਜੀ ਦੇ 2 ਸੁਪੁੱਤਰ ਤੇ 2 ਸੁਪੁੱਤਰੀਆਂ ਸੀ। ਵੱਡੇ ਸੁਪੁੱਤਰ ਦਾ ਨਾਂ ਬਾਬਾ ਮੋਹਨ ਜੀ ਸੀ, ਛੋਟੇ ਸੁਪੁੱਤਰ ਦਾ ਨਾਂ ਬਾਬਾ ਮੋਰੀ ਜੀ ਸੀ।
ਦੋ ਧੀਆਂ ਸੀ ਸਤਿਗੁਰਾਂ ਦੀਆਂ। ਵੱਡੀ ਪੁੱਤਰੀ ਦਾ ਨਾਂ ਬੀਬੀ ਦਾਨੀ ਜੀ ਸੀ, ਛੋਟੀ ਪੁੱਤਰੀ ਦਾ ਨਾਂ ਬੀਬੀ ਭਾਨੀ ਜੀ ਸੀ। ਬੀਬੀ ਦਾਨੀ ਜੀ ਜਿਹੜੇ ਸੀ ਉਹਨਾਂ ਦੇ ਪਤੀ ਦਾ ਨਾਂ ਸੀ ਬਾਬਾ ਰਾਮਾ ਜੀ। ਬੀਬੀ ਭਾਨੀ ਛੋਟੀ ਸੀ। ਜਵਾਨ ਹੋਈ ਬੀਬੀ ਭਾਨੀ, ਗੁਰੂ ਅਮਰਦਾਸ ਜੀ ਬੈਠੇ ਹੋਏ ਸਿੰਘਾਸਣ ਤੇ ਸੇਵਾ ਕਰਾ ਰਿਹਾ। ਸਤਿਗੁਰਾਂ ਦੇ ਘਰ ਵਾਲੀ ਬੀਬੀ ਮਨਸਾ ਦੇਵੀ ਮਾਤਾ ਰਾਮ ਕੌਰ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੀ ਸਵਾਮੀ ਜੀ ਆਪਣੀ ਪੁੱਤਰੀ ਭਾਨੀ ਜਵਾਨ ਹੋ ਗਈ ਆ, ਆਪਾਂ ਭਾਨੀ ਵਾਸਤੇ ਸੋਹਣਾ ਘਰ ਸੋਹਣਾ ਵਾਰ ਵੇਖ ਕੇ ਭਾਨੀ ਦੀ ਮੰਗਣੀ ਕਰਕੇ ਤੇ ਸ਼ਾਦੀ ਕਰ ਦਈਏ। ਜਦੋਂ ਧੀਆਂ ਜਵਾਨ ਹੋ ਜਾਂਦੀਆਂ ਨਾ ਉਦੋਂ ਮਾਪਿਆਂ ਨੂੰ ਫਿਕਰ ਬਣ ਜਾਂਦੀ ਆ ਕਿ ਧੀ ਜਵਾਨ ਹੋ ਗਈ ਆ, ਹੁਣ ਧੀ ਵਾਸਤੇ ਸੋਹਣਾ ਘਰ ਸੋਹਣਾ ਵਾਰ ਵੇਖ ਕੇ ਧੀ ਦੀ ਮੰਗਣੀ ਕਰਕੇ ਤੇ ਸ਼ਾਦੀ ਕਰ ਦੇਣੀ ਚਾਹੀਦੀ ਆ। ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੀ ਸਵਾਮੀ ਜੀ ਆਪਣੀ ਪੁੱਤਰੀ ਭਾਨੀ ਜਵਾਨ ਹੋ ਗਈ ਆ, ਆਪਾਂ ਹੁਣ ਭਾਨੀ ਦੀ ਮੰਗਣੀ ਕਰ ਦਈਏ। ਜਿਵੇਂ ਗੁਰੂ ਅਮਰਦਾਸ ਜੀ ਦੇ ਘਰ ਵਾਲੀ ਬੀਬੀ ਮਨਸਾ ਦੇਵੀ ਆਪਣੀ ਛੋਟੀ ਪੁੱਤਰੀ ਬੀਬੀ ਭਾਨੀ ਜੀ ਦੀ ਮੰਗਣੀ ਵਾਸਤੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰ ਰਿਹਾ, ਕਵੀਸ਼ਰ ਭਾਈ ਜਸਾ ਸਿੰਘ ਮਨਿਆਲੇ ਦਾ ਜਥਾ ਐਉਂ ਪੇਸ਼ ਕਰਨ ਲੱਗਾ ਜੀ। ਮਾਤਾ ਜੀ ਸਤਿਗੁਰ ਜੀ ਦੇ ਚਰਨਾਂ ਵਿੱਚ ਆ ਕੇ ਤੇ ਪਹਿਲਾਂ ਸੀ ਨਾਲ ਅਦਬ ਦੇ ਸੀਸ ਨਵਾ ਕੇ ਤੇ ਮੈਂ ਆ ਕੁਝ ਕਹਿਣਾ ਚਾਹੁੰਦੀ ਅੱਗੇ ਆ ਪਾ ਕੇ ਤੇ ਫੇਰ ਕੁਝ ਆਖ ਸੁਣਾਉਂਦੀ ਮੁਖ ਵਿੱਚੋਂ ਬੋਲ ਕੇ ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਾਰ ਟੋਲ ਕੇ ਬੇਟੀ ਜਵਾਨ ਹੋ ਗਈ। ਉਹ ਕਹਿੰਦੇ ਨੇ ਸੱਚ ਸਿਆਣੇ ਧੀਆਂ ਜਵਾਨ ਜੀ ਮਾਪਿਆਂ ਤੋਂ ਘਰ ਸਦਾ ਲਈ ਰੱਖੀਆਂ ਨਾ ਜਾਣ ਜੀ। ਧੀਆਂ ਦਾ ਵੱਖਰਾ ਪੇੜਾ ਕਹਿੰਦਾ ਜਹਾਨ ਜੀ ਰਹਿੰਦੇ ਨਹੀਂ ਸਦਾ ਹਾਰ ਵਿੱਚ ਮੋਤੀ ਅਨਮੋਲ ਕੇ ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਾਰ ਟੋਲ ਕੇ ਬੇਟੀ ਜਵਾਨ ਹੋ ਗਈ। ਮਾਤਾ ਜੀ ਸਤਿਗੁਰ ਜੀ ਦੇ ਚਰਨਾਂ ਵਿੱਚ ਆ ਕੇ ਤੇ ਪਹਿਲਾਂ ਸੀ ਨਾਲ ਅਦਬ ਦੇ ਸੀਸ ਨਵਾ ਕੇ ਤੇ ਮੈਂ ਆ ਕੁਝ ਕਹਿਣਾ ਚਾਹੁੰਦੀ ਅੱਗੇ ਆ ਪਾ ਕੇ ਤੇ ਫੇਰ ਕੁਝ ਆਖ ਸੁਣਾਉਂਦੀ ਮੁਖ ਵਿੱਚੋਂ ਬੋਲ ਕੇ ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਾਰ ਟੋਲ ਕੇ ਬੇਟੀ ਜਵਾਨ ਹੋ ਗਈ। ਉਹ ਕਹਿੰਦੇ ਨੇ ਸੱਚ ਸਿਆਣੇ ਧੀਆਂ ਜਵਾਨ ਜੀ ਮਾਪਿਆਂ ਤੋਂ ਘਰ ਸਦਾ ਲਈ ਰੱਖੀਆਂ ਨਾ ਜਾਣ ਜੀ। ਧੀਆਂ ਦਾ ਵੱਖਰਾ ਪੇੜਾ ਕਹਿੰਦਾ ਜਹਾਨ ਜੀ ਰਹਿੰਦੇ ਨਹੀਂ ਸਦਾ ਹਾਰ ਵਿੱਚ ਮੋਤੀ ਅਨਮੋਲ ਕੇ ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਾਰ ਟੋਲ ਕੇ ਬੇਟੀ ਜਵਾਨ ਹੋ ਗਈ। ਰੀਤਾ ਪਾਨੀ ਮੈਨੂੰ ਬਹੁਤ ਪਿਆਰੀ ਆ ਵੇੜੇ ਵਿੱਚ ਫਿਰਦੀ ਜਾਪੇ ਰਾਜ ਕੁਮਾਰੀ ਆ ਐਸਾ ਹੀ ਵਰ ਕੋਈ ਟੋਲੋ ਜੈਸੀ ਦੁਲਾਰੀ ਆ ਤੱਕ ਕੇ ਜਿਹਨੂੰ ਖੁਸ਼ੀ ਮਨਾਵਣਾ ਲੋਕ ਸਭ ਕੋਲ ਕੇ ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਾਰ ਟੋਲ ਕੇ ਬੇਟੀ ਜਵਾਨ ਹੋ ਗਈ। ਉਹ ਸੋਹਣਾ ਜਾਵਰ ਕਰ ਹੋਵੇ ਮੇਰੀ ਦਲਾਰੀ ਦਾ ਮਾਪਿਆਂ ਤੋਂ ਧੀਆਂ ਦਾ ਨਹੀਂ ਦੁਖੜਾ ਸਹਾਰੀ ਦਾ ਸੁੱਖਾਂ ਵਿੱਚ ਜੀਵਨ ਬੀਤੇ ਪੁੱਤਰੀ ਪਿਆਰੀ ਦਾ ਲਾਈਏ ਮੱਥੇ ਤੇ ਕੇਸਰ ਕੁੰਗੂ ਵਿੱਚ ਘੋਲ ਕੇ ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਰ
ਸੀਤਾ ਵੇ ਆਈ ਸੀ ਚਾਵਾਂ ਤੇ ਸਤਰਾਂ ਦੇ ਨਾਲ, ਉਸ ਨਾਲ ਪਰਨਾਈ ਸੀ ਲਾਡਾਂ ਨਾਲ ਪਾਲੀ ਬੇਟੀ ਘਰ ਨਾ ਸਮਾਈ ਸੀ। ਰਾਮ ਨੇ ਤਨਖ ਤੋੜਿਆ ਬਾਂਹ ਤੇ ਤੋਲ ਕੇ, ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਰ ਟੋਲ ਕੇ, ਬੇਟੀ ਜਵਾਨ ਹੋ ਗਈ। ਓ ਲక్ష్ਮੀ ਤੇ ਪਾਰਬਤੀ ਵੀ ਮਾਪਿਆਂ ਨੇ ਤੋਰੀਆਂ, ਮਾਪਿਆਂ ਕਰ ਸਦਾ ਨਾ ਰਹੀਆਂ ਉਮਰਾਂ ਸੀ ਕੋਰੀਆਂ। ਜਿਸ ਨੇ ਸੰਜੋਗ ਬਣਾਇਆ ਉਸ ਦੇ ਹੱਥ ਡੋਰੀਆਂ, ਆਪਣੇ ਘਰ ਜਾਓ ਧੀਓ ਕਹਿੰਦੇ ਸੀ ਬੋਲ ਕੇ, ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਰ ਟੋਲ ਕੇ, ਬੇਟੀ ਜਵਾਨ ਹੋ ਗਈ। ਵੱਡੇ ਘਰਾਣੇ ਦੀ ਨਾ ਸਾਨੂੰ ਜ਼ਰੂਰਤ ਜੀ, ਜੇਠੇ ਜਾਂ ਲੜਕਾ ਹੋਵੇ ਇਹੋ ਜਿਹੀ ਸੂਰਤ ਜੀ, ਮੁਖ ਤੋਂ ਪ੍ਰਤੀਤ ਹੋਵੇ ਸ਼ਾਂਤੀ ਦੀ ਮੂਰਤ ਜੀ, ਮਿੱਠਿਆਂ ਬੋਲਾਂ ਚੋਂ ਪੀਵੇ ਅੰਮ੍ਰਿਤ ਰਸ ਘੋਲ ਕੇ, ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਰ ਟੋਲ ਕੇ, ਬੇਟੀ ਜਵਾਨ ਹੋ ਗਈ। ਹੋ ਰਹਿੰਦੀ ਹੈ ਚਿੰਤਾ ਮੈਨੂੰ ਕਰੀਏ ਨਾ ਦੇਰ ਜੀ, ਗੱਲ ਮੇਰੀ ਭੁੱਲ ਨਾ ਜਾਇਓ ਆਖਾਂ ਮੈਂ ਫੇਰ ਜੀ, ਪਾਂਦਾ ਜਾਣਾ ਹੀ ਭੇਜੋ ਕੱਲ ਸਵੇਰ ਜੀ, ਸ਼ਿੰਦਾ ਕੈਲੀਪੁਰ ਵਾਲਾ ਦੱਸੀ ਗੱਲ ਖੋਲ ਕੇ, ਪੁੱਤਰੀ ਦੀ ਸ਼ਾਦੀ ਕਰੀਏ ਸੋਹਣਾ ਵਰ ਟੋਲ ਕੇ, ਬੇਟੀ ਜਵਾਨ ਹੋ ਗਈ। ਭਾਜੀ ਪ੍ਰਤਾਪ ਸਿੰਘ ਜੀ ਫੌਜੀ ਸਾਹਿਬ, ਉਹਨਾਂ ਵੱਲੋਂ ਆਪਣੇ ਸੁਪੁੱਤਰ ਜਗਤ ਨੂਰ ਸਿੰਘ ਦੇ ਜਿਹੜੇ ਕੈਨੇਡਾ ਵਿੱਚ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਬੇਨਤ ਮਾਇਆ ਭੇਜੀ ਆ, ਪਾਤਸ਼ਾਹ ਸਿਰ ਤੇ ਮਿਹਰ ਭਰੇ ਹੱਥ ਰੱਖਣ। ਭਾਜੀ ਭਗਵੰਤ ਸਿੰਘ ਜੀ ਉਹਨਾਂ ਵੱਲੋਂ ਮਾਇਆ, ਸਤਿਕਾਰਯੋਗ ਭਾਜੀ ਨਿਰਮਲ ਸਿੰਘ ਜੀ ਉਹਨਾਂ ਵੱਲੋਂ ਮਾਨ, ਭਾਜੀ ਮਨਜੀਤ ਸਿੰਘ ਜੀ ਉਹਨਾਂ ਵੱਲੋਂ 100 ਰੁਪਇਆ ਸਤਿਗੁਰਾਂ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਮਾਇਆ ਭੇਜੀ। ਗੁਰੂ ਕੇ ਗ੍ਰੰਥੀ ਸਾਹਿਬਾਨ ਬਾਬਾ ਪਰਮਜੀਤ ਸਿੰਘ ਜੀ ਨਗਰ ਸਕੱਤਰੇ ਵਾਲੇ, ਉਹਨਾਂ ਵੱਲੋਂ ਵੀ ਬੇਅੰਤ ਮਾਇਆ ਭੇਜੀ ਗਈ। ਮਾਤਾ ਮਨਸਾ ਦੇਵੀ ਨੇ ਜਦੋਂ ਸਤਿਗੁਰਾਂ ਨੂੰ ਆਖਿਆ ਸਵਾਮੀ ਜੀ ਆਪਾਂ ਆਪਣੀ ਪੁੱਤਰੀ ਦੀ ਮੰਗਣੀ ਕਰੀਏ, ਤੇ ਸਤਿਗੁਰੂ ਕਹਿਣ ਲੱਗੇ ਮਨਸਾ ਦੇਵੀ ਜੀ ਆਪਣੀ ਭਾਨੀ ਵਾਸਤੇ ਲੜਕਾ ਕਿਹੋ ਜਿਹਾ ਚਾਹੀਦਾ। ਮਾਤਾ ਮਨਸਾ ਦੇਵੀ ਕਹਿਣ ਲੱਗੀ ਜਿੰਨੀ ਮੇਰੀ ਧੀ ਸੋਹਣੀ ਆ, ਜਿੰਨੀ ਮੇਰੀ ਧੀ ਜਵਾਨ ਆ, ਇੰਨਾ ਸੋਹਣਾ ਇੰਨਾ ਜਵਾਨ ਲੜਕਾ ਚਾਹੀਦਾ ਮੇਰੀ ਧੀ ਵਾਸਤੇ। ਹਰ ਮਾਪਿਆਂ ਦੀ ਅੱਖ ਨੂੰ ਆਪਣਾ ਧੀ ਪੁੱਤਰ ਪਿਆਰਾ ਲੱਗਦਾ। ਇੰਨੇ ਚਿਰ ਨੂੰ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ, ਇੱਕ ਨੌਜਵਾਨ ਸਿਰ ਦੇ ਉੱਤੇ ਮਿੱਟੀ ਦੀ ਟੋਕਰੀ ਚੁੱਕ ਕੇ ਤੇ ਤੁਰਿਆ ਆ ਰਿਹਾ। ਮਾਤਾ ਮਨਸਾ ਦੇਵੀ ਉਂਗਲ ਕਰਕੇ ਕਹਿਣ ਲੱਗੀ ਓ ਜਿਹੜਾ ਲੜਕਾ, ਇੰਨਾ ਜਵਾਨ ਲੜਕਾ ਚਾਹੀਦਾ ਮੇਰੀ ਧੀ ਵਾਸਤੇ। ਸਤਿਗੁਰੂ ਕਹਿਣ ਲੱਗੇ ਮਨਸਾ ਦੇਵੀ ਜੀ ਲੜਕਾ ਤੇ ਫਿਰ ਤੁਹਾਂ ਲੱਭ ਲਿਆ ਆਪਣੀ ਧੀ ਵਾਸਤੇ, ਉਹਦੇ ਵਰਦੋ ਇਹ ਕਾਰ ਚਲਾਵੇ, ਲੇਖੇ ਆਵੇ ਭਾਗ। ਸੰਗਤ ਜੀ ਧੀ ਕਿਤਿਓਂ ਦੀ ਹੁੰਦੀ ਆ, ਪੁੱਤ ਕਿਤਿਓਂ ਦਾ ਹੁੰਦਾ। ਧੀ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਕਿਹੜੇ ਪਿੰਡ ਵਿੱਚ ਜਾਣਾ ਤੇ ਕਿਹੜੇ ਘਰ ਵਿੱਚ ਮੇਰਾ ਅੰਜਲ ਲਿਖਿਆ। ਇਹ ਤੇ ਨਿਰੰਕਾਰ ਦੀਆਂ ਖੇਡੀਆਂ ਸਾਰੀਆਂ ਅੰਜਲ ਦੀਆਂ ਖੇਡਾਂ। ਇੰਨੇ ਚਿਰ ਨੂੰ ਸੰਗਤ ਜੀ ਸ਼ਾਮਾਂ ਪੈ ਗਈਆਂ, ਸੇਵਾ ਦੀ ਸਮਾਪਤੀ ਹੋ ਗਈ। ਸੰਗਤਾਂ ਬੈਠੀਆਂ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਛੁੱਟੀ ਲੈਣ ਵਾਸਤੇ। ਉਹ ਵੀ ਲੜਕਾ ਬੈਠਾ ਜਿਹਦੇ ਵੱਲੇ ਮਾਤਾ ਜੀ ਨੇ ਉਂਗਲ ਕੀਤੀ ਸੀ। ਸਤਿਗੁਰਾਂ ਨੇ ਉਹ ਲੜਕੇ ਨੂੰ ਠਾਲ ਕੇ ਆਖਿਆ ਪੁੱਤਰ ਤੇਰਾ ਨਾਂ ਕੀ ਆ? ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰ ਜੀ ਮੇਰਾ ਨਾਮ ਜੇਠਾ ਜੀ ਆ, ਇੱਕ ਨਾਮ ਮੇਰਾ ਰਾਮਦਾਸ ਮੇਰੇ ਮਾਪਿਆਂ ਨੇ ਰੱਖਿਆ। ਸਤਿਗੁਰੂ ਕਹਿਣ ਲੱਗੇ ਪੁੱਤਰ ਤੇਰਾ ਪਿੰਡ ਕਿਹੜਾ?
ਕਹਿਣ ਲੱਗਾ ਜੀ ਚੂਨਾ ਮੰਡੀ ਲਾਹੌਰ, ਗੁਰੂ ਰਾਮਦਾਸ ਜੀ ਦਾ ਪਿੰਡ ਸੰਗਤ ਜੀ ਚੂਨਾ ਮੰਡੀ ਲਾਹੌਰ ਸੀ, ਲਾਹੌਰ ਦੇ ਵਿੱਚ ਸੀ ਇਹ ਮਹੱਲਾ ਸੀ। ਸਤਿਗੁਰੂ ਕਹਿਣ ਲੱਗੇ ਬੇਟਾ ਤੇਰੇ ਮਾਤਾ ਪਿਤਾ ਦਾ ਕੀ ਨਾਂ ਤੇ ਕੀ ਕੰਮ ਕਰਦੇ ਆ? ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰ ਜੀ ਮੇਰੇ ਪਿਤਾ ਦਾ ਨਾਂ ਬਾਬਾ ਅਰਦਾਸ ਜੀ ਆ, ਮਾਤਾ ਦਾ ਨਾਂ ਮਾਤਾ ਦਇਆ ਕੌਰ ਆ, ਪਰ ਮੇਰੇ ਬਚਪਨ ਵਿੱਚ ਹੀ ਕਾਲ ਚਲਾਣਾ ਕਰਕੇ ਮੈਂ ਤੇ ਆਪਣੇ ਮਾਪਿਆਂ ਦਾ ਮੁਖੜਾ ਵੀ ਨਹੀਂ ਵੇਖਿਆ ਕਿਹੋ ਜਿਹਾ। ਮੇਰੀ ਨਾਨੀ ਨੇ ਲਿਆ ਕੇ ਬਾਸਰ ਕੇ ਗਿੱਲਾਂ ਮੇਰੀ ਪਾਲਣ ਪੋਸ਼ਣ ਕੀਤੀ ਆ, ਤੇ ਬਾਸਰ ਕੇ ਗਿੱਲਾਂ ਹੀ ਗੁਰੂ ਅਮਰਦਾਸ ਜੀ ਦਾ ਪਿੰਡ ਸੀ, ਬਾਸਰ ਕੇ ਗਿੱਲਾਂ ਹੀ ਗੁਰੂ ਰਾਮਦਾਸ ਜੀ ਦੇ ਨਾਨਕੇ ਸੀ। ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦਾ ਨਗਰ ਵਸਾਇਆ ਉਦੋਂ ਪਾਤਸ਼ਾਹ ਆਪਣਾ ਸਾਰਾ ਪਰਿਵਾਰ ਗੋਇੰਦਵਾਲ ਸਾਹਿਬ ਲੈ ਗਏ ਸੀ। ਸਤਿਗੁਰੂ 4 ਭਾਈ ਸੀ, ਕਿਉਂਕਿ ਜਦੋਂ ਨਵਾਂ ਨਗਰ ਵਸਾਉਣਾ ਹੋਵੇ ਉੱਥੇ ਵਸੋਂ ਦੀ ਬੜੀ ਲੋੜ ਹੁੰਦੀ ਆ। ਸਤਿਗੁਰੂ 4 ਭਾਈ ਉੱਥੇ ਆਪਣਾ ਪਰਿਵਾਰ ਲੈ ਗਏ। ਗੁਰੂ ਅਮਰਦਾਸ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਆਪਣੀ ਰਿਸ਼ਤੇਦਾਰੀ ਜਿਹੜੀ ਹੈ ਬਣ ਜਾਣੀ ਆ। ਸਤਿਗੁਰਾਂ ਉਸੇ ਵੇਲੇ ਇੱਕ ਰੇਜਾ ਇੱਕ ਗੁੜ ਦੀ ਰੋੜੀ ਮੰਗਾ ਕੇ ਸਾਰੀ ਸੰਗਤ ਦੇ ਬੈਠਿਆਂ ਜੇਠਾ ਜੀ ਦੀ ਝੋਲੀ ਵਿੱਚ ਪਾ ਕੇ ਲਾ ਕੇ ਸ਼ਗਨ ਆਪਣੀ ਛੋਟੀ ਪੁੱਤਰੀ ਬੀਬੀ ਭਾਨੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਰਾਮਦਾਸ ਜੀ ਨੂੰ। ਜਦੋਂ ਰਿਸ਼ਤਾ ਪੱਕਾ ਹੋ ਗਿਆ ਨਾਲ ਹੀ ਵਿਆਹ ਦੇ ਦਿਨ ਪੱਕੇ ਕਰ ਦਿੱਤੇ। 1553 ਈਸਵੀ 22 ਫੱਗਣ ਦਾ ਦਿਨ ਬੀਬੀ ਭਾਨੀ ਜੀ ਤੇ ਰਾਮਦਾਸ ਜੀ ਦੇ ਵਿਆਹ ਦਾ ਪੱਕਾ ਕੀਤਾ।